ਸਾਰਿਆਂ ਨੂੰ ਜੈ ਮਸੀਹ ਦੀ। ਇੱਧਰੋਂ ਲੱਡ ਉੱਧਰੋਂ। ਤੁਹਾਨੂੰ ਪ੍ਰਭੂ ਦੀ ਪਰਸਨੈਲਿਟੀ ਬਾਰੇ ਪਤਾ ਸਰ है सोनी? पता है प्रभु की पर्सनैलिटी कैसी है, प्रभु कैसे हैं? सागर प्रभु बारे पता नहीं भी किदां दे हो, मतलब उन्हें जिदा थोड़ी पर्सनैलिटी है, तुम इस तरह नज़र आने हो। सोने उधर हो बेटा, इधर एक खुंज लगता। सोने की पर्सनैलिटी है, सोने इस तरह लगती है। लाडी की पर्सनैलिटी है, शालू की पर्सनैलिटी है, मेरी पर्सनैलिटी है। इदा ही परमेश्वर की पर्सनैलिटी की है, थोड़ा पता है? कुछ नहीं पता? कोई गल नहीं, धन्यवाद प्रभु का। दसांगे प्रभु की दया किरपा नाल। सब तो पहला आपां जिस दे नाल चल रहे हैं परमेश्वर दे नाल, सानू उहदे बारे पता होना चाहिए, क्योंकि वो साडा बाप है। सानू अपने बाप बारे नॉलेज होनी चाहिए, साडा बाप इस तरह का है ना। प्रभु कहते हवा जिधर नूं चलदी है, हवा जिधर नूं चाहती है उधर नूं चलदी है, तू केवल उसका शब्द सुन सकदा है ना। शब्द, आवाज़, ਆਪਾਂ ਕੇਵਲ ਤੁਸੀਂ ਉਸ ਦੀ ਆਵਾਜ਼ ਨੂੰ ਸੁਣ ਸਕਦੇ ਹੋ, ਉਸ ਨੂੰ ਮਹਿਸੂਸ ਕਰ ਸਕਦੇ ਹੋ। ਆਪਾਂ ਹਵਾ ਨੂੰ ਦੇਖ ਤਾਂ ਨਹੀਂ ਸਕਦੇ, ਦੇਖ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹਾਂ। ਹੁਣ ਏਸੀ ਚੱਲ ਰਿਹਾ, ਆਪਾਂ ਇਹਦੀ ਠੰਡੀ ਹਵਾ, ਏਸੀ ਨੂੰ ਬੰਦ ਕਰ ਦਾਂਗੇ, ਇਕੱਲਾ ਪੱਖਾ ਚਲਾਂਗੇ, ਪੱਖੇ ਦੇ ਆਪਾਂ ਨੂੰ ਗਰਮ ਹਵਾ ਲੱਗੇਗੀ। ਕੀ ਕਰਾਂਗੇ? ਮਹਿਸੂਸ ਕਰਾਂਗੇ, ਦੇਖ ਨਹੀਂ ਸਕਾਂਗੇ, ਹੈ ਨਾ। ਇਸੀ ਤਰ੍ਹਾਂ ਹੀ ਪਰਮਾਤਮਾ ਹੈ, ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਉਸ ਨੂੰ ਸੁਣ ਸਕਦੇ ਹਾਂ, ਉਸ ਨੂੰ ਮਹਿਸੂਸ ਕਰ ਸਕਦੇ ਹਾਂ। ਪਤਾ ਲੱਗਦਾ ਕਿ ਪ੍ਰਭੂ ਸਾਡੇ ਆਲੇ ਦੁਆਲੇ महसूस ਹੁੰਦਾ। महसूस वो कर सकता ਜਿਹੜੇ प्रभु कहते ਜਿਹੜੇ लोग ਵੇਸ਼ਿਆ ਦੇ ਨਾਲ ਰਹਿੰਦੇ ਆ, ਉਹਦੇ ਨਾਲ ਇੱਕ ਤਨ ਹੋ ਜਾਂਦੇ, ਯਾਨੀ ਕਿ ਉਹ ਜਿਹੜੇ ਗਲਤ ਬੰਦਿਆਂ ਨਾਲ ਰਹਿੰਦੇ ਆ, ਵੇਸ਼ਿਆ ਦਾ ਦਿੱਤਾ, ਜਿਹੜੇ ਗਲਤ ਲੋਕਾਂ ਦੇ ਨਾਲ ਰਹਿੰਦੇ ਆ, ਉਹ ਉਹਨਾਂ ਵਰਗੇ ਹੋ ਜਾਂਦੇ ਆ। ਜਿਹੜੇ ਪਰਮੇਸ਼ਵਰ ਦੇ ਨਾਲ ਰਹਿੰਦੇ ਆ, ਉਹਨਾਂ ਦੇ ਨਾਲ ਇੱਕ ਆਤਮਾ ਹੋ ਜਾਂਦੇ ਆ। ਪਰਮੇਸ਼ਵਰ ਦੇ ਨਾਲ ਰਹਿਣਗੇ, ਕਿੰਨੇ ਆਤਮਾ? ਦੋ ਨਹੀਂ, ਇੱਕ। ਯਾਨੀ ਕਿ ਪਰਮੇਸ਼ਵਰ ਵੀ ਆਤਮਾ ਹੈ, ਇਹ ਹਵਾ ਕੀ ਹੈ? ਇਹ ਆਤਮਾ ਹੈ, ਠੀਕ ਹੈ। ਪਰਮੇਸ਼ਵਰ ਵੀ ਆਤਮਾ ਹੈ ਤੇ ਉਹ ਵੇਸ਼ਿਆ ਵੀ ਆਤਮਾ, ਯਾਨੀ ਕਿ ਸ਼ੈਤਾਨ ਵੀ ਆਤਮਾ ਹੈ। ਦੋ ਤਰ੍ਹਾਂ ਦੀ ਆਤਮਾ ਇਸ ਸੰਸਾਰ ਦੇ ਵਿੱਚ ਕੰਮ ਕਰ ਰਹੀਆਂ। ਜਿਹੜੀ ਆਤਮਾ ਸਾਫ਼ ਹੋਏਗੀ, ਪ੍ਰਭੂ ਕਹਿੰਦੇ ਤੂੰ ਉਸ ਦੇ ਫਲਾਂ ਤੋਂ, ਆਤਮਾ ਨੂੰ ਆਪਣੇ ਪਛਾਣਨਾ ਕਿੱਦਾਂ? ਫਲ ਤੋਂ। ਤੂੰ ਉਸ ਦੇ ਫਲਾਂ ਤੋਂ ਉਸ ਨੂੰ ਪਛਾਣ ਲੇਗਾ। ਯਾਨੀ ਕਿ ਜਿਸ ਇਨਸਾਨ ਦੇ ਵਿੱਚ ਅੱਛੇ ਫਲ ਲੱਗੇ ਆ, ਸਮਝ ਲਓ ਅੱਛੀ ਆਤਮਾ ਉਹਦੇ 'ਚ ਕੰਮ ਕਰ ਰਹੀ ਹੈ। ਜਿਹਦੇ ਵਿੱਚ ਮਾੜੇ ਲੱਗੇ ਆ ਤਾਂ ਮਾੜੀ ਆਤਮਾ ਕੰਮ ਕਰ ਰਹੀ ਹੈ, ਯਾਨੀ ਕਿ ਸ਼ੈਤਾਨ। ਦੋ ਹੀ ਆਤਮਾ ਇਸ ਸੰਸਾਰ ਦੇ ਵਿੱਚ ਕੰਮ ਕਰ ਰਹੀਆਂ। ਹੁਣ ਪ੍ਰਭੂ ਕਹਿੰਦੇ ਮਤਲਬ ਕਿ ਜਿਹੜਾ ਦਰਖਤ ਹੈ ਉਹ ਫਲ ਤੋਂ ਪਛਾਣਿਆ ਜਾਂਦਾ ਹੈ ਨਾ। ਜੇ ਸੰਤਰਾ ਲੱਗਿਆ ਆਪਾਂ ਕਹਾਂਗੇ ਸੰਤਰਾ ਦਰਖਤ ਆ, ਅੰਬ ਲੱਗਿਆ ਤਾਂ ਅੰਬ ਦਾ ਪੇੜ ਹੈ ਨਾ, ਕੇਲੇ ਲੱਗੇਗਾ ਤਾਂ ਕੇਲਾ ਪੇੜ। ਯਾਨੀ ਕਿ ਪਹਿਚਾਣ ਕਿੱਥੋਂ ਆ ਰਹੀ ਹੈ? ਫਲ ਤੋਂ। ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਸਾਨੂੰ ਪਛਾਣਨ ਦੇ ਲਈ ਉਹਦੇ ਫਲ, ਪਰਮਾਤਮਾ ਦੇ ਫਲ। ਸਭ ਤੋਂ ਪਹਿਲਾਂ ਪਰਮਾਤਮਾ ਦੀ ਜਿਹੜੀ ਪਰਸਨੈਲਿਟੀ ਉਹ ਹੈ ਸ਼ਬਦ, ਆਤਮਾ। प्रभु कहते आदि में शब्द था, शब्द परमात्मा के साथ था। किसके साथ था? परमात्मा के साथ। कौन सी जगह? मतलब कि शब्द परमात्मा के नाल किहड़ी जगह ते सी? उन्हां दे मन च। इसी तरह ही जिस तरह शब्द इंसान के अंदर तो निकलता, कित्थों निकलता? मन चों निकलता है। प्रभु ने एक वचन दे विच भी कहा सब तो ज़्यादा अपने मन की चौकसी कर, क्योंकि जीवन का मूल स्रोत कित्थों निकलता? मन चों। मन चों निकलेगा। मन अगर गंदा है तो गंदी गल्लां निकलणगियां, मन अगर साफ है तो अच्छी गल्लां निकलणगियां। अच्छा, भरना किद्दां है? ये साडे अंदर है, साडे हत्थ 'च है कि असीं मन नूं किस तरह तैयार करना। प्रभु कहंदे भी परमात्मा ने ना किरपा कीती है कि उन्होंने अपना एक लोता पुत्तर सानूं दिता ताकि असीं अपने गुनाहां नूं माफ, मतलब कि साडे गुनाह माफ हो जाण उन्हां दे लहू दे द्वारा। क्योंकि मन आदम दे समय तो ਜਦੋਂ ਆਦਮ ਨੇ ਹੁਕਮ ਨਹੀਂ ਮੰਨਿਆ ਸੀ ਪਰਮਾਤਮਾ ਦਾ, ਤਾਂ ਉਦੋਂ ਆਦਮ ਦਾ ਮਨ ਗੰਦਾ ਹੋ ਗਿਆ ਸੀਗਾ, ਹੁਕਮ ਨਾ ਮੰਨਣ ਕਰਕੇ। ਉਹੀ ਮਨ ਸਾਡੇ ਅੰਦਰ ਹੈ, ਹੁਕਮ ਨਾ ਮੰਨਣ ਕਰਕੇ ਸਾਡੇ ਅੰਦਰ ਵੀ ਸਾਡਾ ਮਨ ਗੰਦਾ ਹੋ ਗਿਆ। ਜਦ ਤੋਂ ਅਸੀਂ ਆਪਣੀ ਮਾਂ ਦੇ ਪੇਟ 'ਚੋਂ ਪੈਦਾ ਹੋਏ ਹਾਂ, ਜਿਸ ਤਰ੍ਹਾਂ ਸਾਡੇ ਮਾਂ-ਬਾਪ ਕਰਦੇ ਸੀ, ਕਿਉਂਕਿ ਉਹ ਬਲੱਡ, ਉਹ ਲਾਈਨ 'ਚ ਉਹੀ ਅਸੀਂ ਕਰਦੇ ਆ ਰਹੇ ਹਾਂ। ਜੋ ਸਾਡੇ ਮਾਂ-ਬਾਪਾਂ ਦੇ ਅੰਦਰ ਸੀਗਾ, ਜਿਹੜੀ ਗਲਤ ਆਦਤਾਂ ਬਾਪ ਦਾਦਿਆਂ ਤੋਂ ਚੱਲਦੀਆਂ ਆ ਰਹੀਆਂ, ਉਹੀ ਗਲਤ ਆਦਤਾਂ ਸਾਡੇ ਅੰਦਰ ਆ ਗਈਆਂ। ਲੇਕਿਨ ਪਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ। ਉਹ ਮੌਕਾ ਕੀ ਹੈ? ਯਿਸੂ ਮਸੀਹ। मौका इसलिए दिता, कहते भी तू बच, कहते मैं इसलिए आया। मैं कौन? वचन। मैं इसलिए आया ताकि तू जीवन पाए। जीवन थोड़ा जा नहीं, आज शरीर बहुत ताई का जीवन, अनंत काल का जीवन, जिदा का परमेश्वर जोए जीवन, आत्मिक जीवन, परमेश्वर जैसा जीवन, वो जीवन परमात्मा सानू देना चाहता है। लेकिन जी गल मेन गल है परमात्मा की परसनैलिटी, वो है आत्मा। आत्मा किन्ने? चार तरह के आत्मा है। किन्ने तरह के? ਕਿਹੜੇ ਕਿਹੜੇ ਪਤਾ?
ਨੰਬਰ 1 ਪਰਮਾਤਮਾ ਦਾ ਆਤਮਾ, ਨੰਬਰ 2 ਸ਼ੈਤਾਨ ਦਾ ਆਤਮਾ, ਨੰਬਰ 3 ਇਨਸਾਨ ਦਾ ਆਤਮਾ, ਨੰਬਰ 4 ਸਵਰਗਦੂਤਾਂ ਦਾ ਆਤਮਾ। ਪੰਜਵੀਂ ਕੋਈ ਆਤਮਾ ਨਹੀਂ ਹੈ। 4 ਤਰ੍ਹਾਂ ਦੇ ਆਤਮਾ ਹੈ, ਠੀਕ ਹੈ, ਜਿਹੜੇ ਇਸ ਸ੍ਰਿਸ਼ਟੀ 'ਚ ਕੰਮ ਕਰ ਰਹੇ ਆ। ਇਹ ਚਾਰੋਂ ਆਤਮਾ ਦੇ ਅਲੱਗ-ਅਲੱਗ ਕੰਮ ਹੈ। ਉਹ ਵੀ ਪ੍ਰਭੂ ਦੀ ਦਇਆ ਕਿਰਪਾ ਨਾਲ, ਮਤਲਬ ਅੱਗੇ ਤੁਹਾਨੂੰ ਦੱਸਾਂਗੇ ਕਿੱਦਾਂ ਵੀ ਮਨੁੱਖ ਦਾ ਆਤਮਾ ਕੀ ਕੰਮ ਕਰਦਾ, ਪਰਮਾਤਮਾ ਦਾ ਆਤਮਾ ਕੀ ਕਰਦਾ ਹੈ, ਸ਼ੈਤਾਨ ਦਾ ਆਤਮਾ ਕੀ ਕਰਦਾ, ਸਵਰਗਦੂਤਾਂ ਦਾ ਆਤਮਾ ਕੀ ਕਰਦਾ, ਇਹਨਾਂ ਦੇ ਮਤਲਬ ਕਿ ਕੰਮ ਹੈ ਸਾਡੇ ਜੀਵਨ 'ਚ ਕਿੱਦਾਂ ਹੁੰਦੇ ਹੈ, ਇਹਨਾਂ ਬਾਰੇ ਨੌਲੇਜ। ਪ੍ਰਭੂ ਕਹਿੰਦੇ ਗਿਆਨ ਦੇ ਨਾ ਹੋਣ ਕਰਕੇ, ਕਿਹਦੇ ਕਰਕੇ? ਗਿਆਨ ਦੇ ਨਾ ਹੋਣ ਕਰਕੇ ਮੇਰੀ ਪ੍ਰਜਾ ਨਾਸ਼ ਹੋ ਰਹੀ ਹੈ, ਮਰ ਰਹੇ हैं ਲੋਕ। क्यों मर रहे हैं? क्योंकि ज्ञान नहीं है। मर केड़ी आत्मा रही, की चीज़ मर रहा? इस शरीर च सब ने मरना है, आत्मा मर रही है। पर वो कहते जिथे लोथ होएगी उत्थे गिद्ध इकट्ठे होणगे। देखिया ना, जिथे मरिया होया मुर्दार हुंदा ते गिद्ध हुंदे आ, उहनूं चूंड के खांदे है ना। इसी तरह ही साडा जिहड़ा आत्मा है, साडे आत्मा दे अंदर गिद्ध बैठे हैं, वो दिखाई तो दे नहीं रहे, वो सानूं चूंड के खा रहे हैं, अंदरों आत्मा नूं चूंड के खा रहे हैं। क्यों होंदा है कि एक दरख्त होंदा बड़ा सोहना साफ सुथरा, देखिया तो देखते रहने तो बड़े वधिया पंछी बैठे होंगे, वधिया फल भी लगते होंगे। उस तो बाद थोड़े बहुत देखते हैं, कहते भी दरख्त तो इन्ना वधिया सी गिरिया होंदा, कहते दरख्त तो ठीक ठाक सीगा, सारा कुछ सीगा, गिर किद्दां गया? जदों उहदा एनालिसिस किया देखा उहदे अंदर घुण लग्या सी, सिਉਂਕ लगी हुई सी, उपरों ठीक सीगा लेकिन अंदर सिਉਂਕ लगी हुई सी। इसी तरह ही शैतान इंसान नूं अंदरों अंदर खा रहा हुंदा। तो देखदा हुंदा बंदा, यार मैं तुहानूं कल मिलिया तो भला चंगा सी, सुनते ना कई बंदे तो भी वो तो भला चंगा सीगा, भी की हो गया एकदम, कोई कहता अटैक हो गया, कोई हो गया, कुछ नहीं होया, अंदरों अंदर शैतान खा रहा सी, ले गया। उपरों बंदा बड़ा वधिया दिखदा भी, बड़ा तंदुरुस्त है, बड़ा वधिया, बड़ा खांदा पींदा, बड़ा हसमुख है, लेकिन अंदर कुछ भी नहीं है। मेन गेम अंदर दिया है, मेन गेम अंदर तो बचाना, अंदर तो सने अपने आप नूं तैयार करना, अंदर तो फुलियाद बनाना। प्रभु कहते मनुख इंसान तो बाहरी रूप देखता, बाहर का आ देखता, लेकिन मैं यहोवा मन नूं जांचदा। सर्वशक्तिमान परमेश्वर सिर्फ मन नूं देखदे हैं भी इहदे मन दे विच की भरिया होया। प्रभु कहते मैं दुष्ट तो घृणा करदा, पापियां नूं तो प्यार करदा, लेकिन पाप तो नफरत करदा। पापियां नूं प्यार और पाप तो नफरत। लेकिन प्रभु कहते मैं तुहाडे कोल इसलिए आया वचन ताकि तुसीं जीवन पाओ, है ना। फिर प्रभु ने जो वचन मैनूं दिता, यूहन्ना 14 का लड़ी पढ़ी जा, 14 का 4। चलो मैं पढ़ना, सुनो, कोई गल नहीं। प्रभु कहते राह, सच्चाई और जीवन मैं हाँ। की किया? राह, सच्चाई और जीवन मैं हाँ। ਜਿਹੜਾ मेरे पिछे चलता है वो कदे भी हनेरे च नहीं चलेगा। पिछे हुण आ गई रस्ता की है, सच्चाई की है, जीवन की है, चलना किद्दां, है ना। मतलब कि कल्ला ये तो नहीं है कि पर सुन लिया भी राह सच्चाई जीवन मैं हाँ तो ठीक गल खत्म। रस्ता प्रभु यीशु मसीह, जीवन प्रभु यीशु मसीह, सच्चाई प्रभु यीशु मसीह, उन्हां दे पिछे चलना वो किस तरह? प्रभु कहते रस्ता हैगा वचन। वचन की है? परमात्मा। आदि में वचन था, वचन परमेश्वर के साथ था, वचन ही परमेश्वर है। रस्ता की है? वचन, यानी कि वचन दे अनुसार चलना है। सच्चाई की है? ये भी वचन, परमात्मा सच्चाई है, परमात्मा कौन है? वचन। और जीवन की है? परमात्मा दे विच जिहड़ा सीगा वो जीवन सी, ग्लोरी, महिमा, तेज। साढ़े आत्मा दे विच हुक्म ना मनन करके, जिस तरह आदम ने जो देख के शुरुआत दे विच, शायद मैं तुहानूं वचन सुनाया भी सीगा भी जदों उन्हें फल खा लिया सीगा हवा ने ते आदम ने, तो उन्होंने अपने आप नूं देखिया तो वो कहंदे पता नंगे है ना। तो जदों देखिया वो कहंदे भी प्रभु यीशु मसीह आए, कहंदे भी हे आदम हवा कित्थे हो? वो कहते जी असीं दरख्त के पिछे हैं। कहते तुसीं उत्थे की करदे हो? कहते जी असीं नंगे हैं। कहते तुहानूं किहने कहा कि तुसीं नंगे हो, है ना। हुक्म ना मनन करके साडे अंदर आत्मा दे अंदर महिमा दे वस्त्र हुंदे आ, तेज दे वस्त्र। जिद्दां एक राजे दे महल, जिहड़े राजे रहिंदे हुंदे ने, राजा दे वस्त्र अलग हुंदे आ, है ना। आम ऑर्डनरी लोकां वरगे तो नहीं हुंदे राजा दे वस्त्र, उन्हां दे अलग हुंदे, शाही वस्त्र हुंदे, उन्हें शाही वस्त्र कहने। वो शाही वस्त्र साडे आत्मा दे उपर
ਜਦੋਂ ਤੱਕ ਸਾਡੇ ਆਤਮਾ ਦੇ ਉੱਪਰੋਂ ਸ਼ਾਹੀ ਵਸਤਰ ਨਹੀਂ ਹੈਗੇ, ਮਹਿਮਾ ਦੇ ਵਸਤਰ ਨਹੀਂ ਹੈਗੇ, ਅਸੀਂ ਪਰਮੇਸ਼ਵਰ ਦੇ ਹਜ਼ੂਰੀ 'ਚ ਨਹੀਂ ਜਾ ਸਕਦੇ। ਇਹ ਨਹੀਂ ਹੈਗਾ ਕਿ ਮੂੰਹ ਚੱਕਿਆ ਆਪਾਂ ਪ੍ਰਾਰਥਨਾ ਕਰਨ ਚੱਲ ਗਏ, ਨੋ ਨੋ ਨੋ। ਪ੍ਰਭੂ ਕਹਿੰਦੇ ਜਿਹੜਾ ਭਲਵਾਨ ਹੁੰਦਾ ਨਾ, ਭਲਵਾਨ, ਜੇ ਉਹ ਕਾਨੂੰਨ ਦੇ ਹਿਸਾਬ ਦੇ ਨਾਲ ਨਾ ਲੜੇ, ਮਤਲਬ ਕਿ ਆਪਣੇ ਤਰੀਕੇ ਨਾਲ ਨਾ ਲੜੇ ਤਾਂ ਉਹ ਹਾਰ ਜਾਏਗਾ। ਉਸ ਨੂੰ ਉਸ ਮੈਦਾਨ ਦੇ ਵਿੱਚ ਜਿੱਥੇ ਉਹ ਲੜਦਾ ਹੈ ਭਲਵਾਨ, ਉਹ ਉਸ ਤਰੀਕੇ ਦੇ ਨਾਲ ਲੜੇਗਾ ਤਾਂ ਉਹ ਹਾਰ ਜਾਏਗਾ। ਇਸੀ ਤਰ੍ਹਾਂ ਹੀ ਸਾਨੂੰ ਪਰਮਾਤਮਾ ਦੇ ਨਾਲ ਚੱਲਣ ਦੇ ਲਈ ਸਾਨੂੰ ਤਰੀਕਾ ਪਤਾ ਹੋਣਾ ਚਾਹੀਦਾ, ਅਸੀਂ ਪਰਮਾਤਮਾ ਦੀ ਹਜ਼ੂਰੀ 'ਚ ਜਾਣਾ ਕਿੱਦਾਂ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਪ੍ਰਭੂ ਕੋਲ ਜਾਣ ਦੇ ਲਈ। ਇਹ ਨਹੀਂ ਹੈਗਾ ਕਿ ਮਤਲਬ ਕਿ ਮੈਨੇ ਕੋਈ ਵੀ ਮਤਲਬ ਕਿ ਜਿਹੜੀ ਗੱਲ ਪਾਪ ਕਿਹਨੂੰ ਕਹਿੰਦੇ, ਜਿਹੜੀ ਗੱਲ ਜਿਹੜੀ ਚੀਜ਼ ਵਚਨ ਦੇ ਖਿਲਾਫ ਹੈ, ਵਚਨ ਕੀ ਪਰਮਾਤਮਾ ਦੇ ਖਿਲਾਫ ਹੈ, ਉਹ ਪਾਪ ਹੈ। ਚਾਹੇ ਉਹ ਪਾਪ ਛੋਟਾ ਚਾਹੇ ਵੱਡਾ। ਇਹ ਨਹੀਂ ਹੈਗਾ ਕਿ ਛੋਟੇ ਮੰਨੇ ਤਾਂ ਜੀ ਝੂਠ, ਮਤਲਬ ਕਿ ਆਪਾਂ ਕੋਈ ਗੱਲ ਝੂਠ ਬੋਲੀ, ਕੁਛ ਵੀ ਬੋਲਿਆ, ਯਾਨੀ ਕਿ ਆਪਾਂ ਨੇ ਪਾਪ ਕਰ ਲਿਆ। ਪ੍ਰਭੂ ਨੇ ਕਿਹਾ ਝੂਠ ਨਾ ਬੋਲੀ। ਮੈਂ ਕਹਿੰਦਾ ਫਰਜ਼ ਕਰ ਲਓ ਫੋਨ ਆਇਆ ਸਾਗਰ ਦਾ ਕਿ ਡੈਡੀ ਕਿੱਥੇ ਹੋ, ਮੈਂ ਬੈਠਾ ਘਰ, ਮੈਂ ਕਿਹਾ ਨਹੀਂ ਮੈਂ ਤਾਂ ਕਿਤੇ ਹੋ ਰਿਹਾ, ਹੈ ਨਾ, ਮੈंने ਝੂਠ ਬੋਲਿਆ, ਇਹ ਪਾਪ ਹੈ। ਠੀਕ ਹੈ ਜੀ। ਯਾਨੀ ਕਿ ਪ੍ਰਭੂ ਕਹਿੰਦੇ ਜਿਹੜਾ ਪ੍ਰਾਣੀ ਪਾਪ ਕਰੇਗਾ, ਵਚਨ 'ਚ ਲਿਖਿਆ ਜਿਹੜਾ ਪ੍ਰਾਣੀ ਪਾਪ ਕਰੇਗਾ ਉਹਨੂੰ ਮਰਨਾ ਪਏਗਾ। ਪਾਪ ਦੀ ਮੁਕਤੀ ਕੀ ਆ? ਮੌਤ ਹੈ। ਤਾਂ ਹੁਣ ਮੌਤ ਤਾਂ ਮੇਰੇ ਪੱਲੇ ਕੀ ਪਈ ਹੋਈ ਆ? ਮੌਤ। ਮੇਰੇ ਆਤਮਾ 'ਚ ਮੌਤ ਹੈ ਅਤੇ ਮੈਂ ਜਾ ਕੇ ਪ੍ਰਭੂ ਦੀ ਹਜ਼ੂਰੀ 'ਚ ਬਹਿ ਗਿਆ, ਮੈਨੂੰ ਮੈਂ ਕਬੂਲ ਹੋ ਜਾਊਗਾ? ਨਹੀਂ ਹੋਊਗਾ। ਸਭ ਤੋਂ ਪਹਿਲਾਂ ਫਿਰ ਪਰਮਾਤਮਾ ਨੇ ਜਿਹੜੇ ਯਿਸੂ ਮਸੀਹ ਨੇ ਸੂਲੀ ਉੱਤੇ ਖੂਨ ਪਾਇਆ, ਕਾਹਦੇ ਲਈ ਪਾਇਆ? ਮੇਰੇ ਪਾਪਾਂ ਦੀ ਮਾਫੀ ਦੇ ਲਈ। ਪਹਿਲਾਂ ਤਾਂ ਯਿਸੂ ਮਸੀਹ ਕੋਲ ਜਾਣਾ ਪਏਗਾ। ਬਾਪ, ਬੇਟਾ, ਪਵਿੱਤਰ ਆਤਮਾ ਜੀ ਤ੍ਰਿਏਕ ਪਰਮੇਸ਼ਵਰ ਹੈ। ਕਿੰਨੇ? ਤਿੰਨਾਂ ਨੂੰ ਮਿਲਾ ਕੇ ਇੱਕ ਪਰਮੇਸ਼ਵਰ ਇੱਕੋ ਹੀ ਆ। ਜਿਸ ਤਰ੍ਹਾਂ ਆਪਾਂ ਫਿਲਮਾਂ ਗੋਬਿੰਦ ਦੀ ਫਿਲਮਾਂ ਦੇਖਦੇ ਤੇ ਅਮਿਤਾਭ ਬੱਚਨ ਦੀ ਤਿੰਨ ਰੋਲ ਹੁੰਦੇ ਸੀਗੇ, ਹੈ ਇੱਕੋ ਹੀ ਹੈ ਨਾ। ਅਮਿਤਾਭ ਬੱਚਨ ਤਾਂ ਇੱਕੋ ਹੀ ਹੈ, ਰੋਲ ਤਿੰਨ ਹੈ। ਇਸੀ ਤਰ੍ਹਾਂ ਹੀ ਸਰਵ ਸ਼ਕਤੀਮਾਨ ਪਰਮੇਸ਼ਵਰ ਉਹ ਤ੍ਰਿਏਕ ਪਰਮੇਸ਼ਵਰ ਹੈ, ਲੇਕਿਨ ਹੈ ਇੱਕ ਹੈ। ਲੇਕਿਨ ਉਹਨਾਂ ਨੂੰ ਇੱਕ ਉਹਨਾਂ ਦਾ ਜਿਹੜਾ ਅਲੱਗ-ਅਲੱਗ ਕੰਮ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਆਤਮਾਵਾਂ ਦੇ ਕੰਮ ਦੱਸ ਰਿਹਾ ਸੀਗਾ, ਇਸੀ ਤਰ੍ਹਾਂ ਹੀ ਤਿੰਨਾਂ ਦੇ ਕੰਮ ਅਲੱਗ-ਅਲੱਗ ਹੈ। ਪਿਤਾ ਕੋਲ ਜਾਣ ਦੇ ਲਈ ਸਾਨੂੰ ਵਸਤਰ ਚਾਹੀਦੇ ਆ। ਫਿਰ ਕਿਉਂਕਿ ਪਹਿਲਾਂ ਦੇ ਲੋਕ ਕੀ ਸੀਗੇ, ਪਾਪੀ ਬੰਦਾ ਪਰਮਾਤਮਾ ਕੋਲ ਜਾ ਨਹੀਂ ਸਕਦਾ ਸੀਗਾ। ਫਿਰ ਪਰਮਾਤਮਾ ਕਹਿੰਦੇ ਯਾਰ ਮੈਨੇ ਇਹ ਸ੍ਰਿਸ਼ਟੀ ਨੂੰ ਬਣਾਇਆ, ਮੈਨੇ ਇਨਸਾਨ ਨੂੰ ਬਣਾਇਆ, ਮੈਂ ਇਨਸਾਨ ਨੂੰ ਪਿਆਰ ਕਰਦਾ, ਤਾਂ ਇਹ ਮੇਰੇ ਕੋਲ ਆ ਨਹੀਂ ਸਕਦਾ। ਕਾਹਦੇ ਕਰਕੇ ਕਿਉਂ ਨਹੀਂ ਆ ਸਕਦਾ? ਕਿਉਂਕਿ ਪਾਪ ਹੈ ਉਹਦੇ ਅੰਦਰ, ਇਸ ਕਰਕੇ ਨਹੀਂ ਆ ਸਕਦਾ, ਪਾਪ ਹੈ ਉਹਦੇ ਅੰਦਰ। ਫਿਰ ਪਰਮਾਤਮਾ ਨੇ ਉਹਨਾਂ ਕੋਲ ਆਪਣੇ ਨੇੜੇ ਆਉਣ ਦਾ ਤਰੀਕਾ ਦੱਸਿਆ, ਆਪਣੇ ਪਿਤਾ ਨੂੰ, ਆਪਣੇ ਬੇਟੇ ਨੂੰ ਭੇਜਿਆ, ਯਾਨੀ ਕਿ ਯਿਸੂ ਮਸੀਹ ਨੂੰ ਭੇਜਿਆ, ਤਾਂ ਕਿ ਸਾਡੇ ਗੁਨਾਹਾਂ ਦੀ ਪਾਪੀ ਮਿਲੇ, ਤਾਂ ਕਿ ਅਸੀਂ ਆਪਣੇ ਗੁਨਾਹ ਨੂੰ ਪਾਪਾਂ ਨੂੰ ਮਾफ़ ਕਰਕੇ ਉਹਨਾਂ ਦੇ ਲਹੂ ਦੇ ਦੁਆਰਾ ਫਿਰ ਅਸੀਂ ਪਿਤਾ ਕੋਲ ਜਾ ਸਕੀਏ। ਕੀ ਹੈ ਪਿਤਾ ਕੋਲ ਜਾਣ ਦੇ ਲਈ? ਪ੍ਰਭੂ ਦੀ ਦਇਆ ਕਿਰਪਾ ਨਾਲ ਜਦੋਂ ਆਪਾਂ ਹੁਣ ਰੋਜ਼ ਲਾਇਕ ਕਰਾਂਗੇ, ਚਾਹੇ ਤੁਹਾਨੂੰ ਦੱਸਾਂਗੇ, ਆਂਗਨ ਜਿੱਦਾਂ ਆਪਣਾ ਵਿਹੜਾ ਹੈ, ਪਵਿੱਤਰ ਸਥਾਨ 2, ਫਿਰ ਵੇਦੀ ਆਉਂਦੀ ਹੈ, ਫਿਰ 3, ਫਿਰ ਅਤ ਪਵਿੱਤਰ ਸਥਾਨ। ਅਤ ਪਵਿੱਤਰ ਸਥਾਨ ਦੇ ਵਿੱਚ ਪਰਮਾਤਮਾ ਦੀ ਹਜ਼ੂਰੀ ਹੁੰਦੀ ਹੈ। ਹੁਣ ਇਹ ਚੀਜ਼ਾਂ ਤੋਂ, ਆਂਗਨ ਤੋਂ, ਪਵਿੱਤਰ ਸਥਾਨ ਤੋਂ, ਵੇਦੀ ਤੋਂ ਅਤ ਪਵਿੱਤਰ ਸਥਾਨ 'ਚ ਜਾਣ ਦੇ ਲਈ ਇਹ ਇੰਨੇ ਕੁਛ ਕਰਕੇ ਜਾਣਾ ਪੈਂਦਾ ਪਰਮਾਤਮਾ ਕੋਲ, ਤਾਂ ਪਹੁੰਚਿਆ ਜਾਂਦਾ। ਇਸ ਜਗ੍ਹਾ 'ਤੇ ਫਿਰ ਬਲੀਆਂ ਚੜ੍ਹਾਉਣੀ ਪੈਂਦੀਆਂ। ਵੇਦੀ ਕਾਹਦੇ ਲਈ ਹੈ? ਪਵਿੱਤਰ ਸਥਾਨ ਕਾਹਦੇ ਲਈ ਹੈ? ਆਂਗਨ ਕਾਹਦੇ ਲਈ ਹੈ? ਪਵਿੱਤਰ ਸਥਾਨ ਕਾਹਦੇ ਲਈ ਹੈ? ਵੇਦੀ ਕਾਹਦੇ ਲਈ ਹੈ? ਔਰ ਅਤ ਪਵਿੱਤਰ ਸਥਾਨ ਕਾਹਦੇ ਲਈ ਹੈ? ਇਹਦੇ ਲਈ ਨੌਲੇਜ ਚਾਹੀਦੀ ਹੈ। ਵੇਦੀ 'ਤੇ ਕਿਆ ਹੁੰਦਾ? ਵੇਦੀ 'ਤੇ ਬਲੀਦਾਨ ਚੜ੍ਹਦੇ, ਬਲੀਦਾਨ ਚੜ੍ਹਾ ਕੇ ਫਿਰ ਪਿਤਾ ਕੋਲ ਜਾਣਾ ਚਾਹੀਦਾ। ਯਿਸੂ ਮਸੀਹ ਸਾਡੇ ਲਈ ਬਲੀਦਾਨ ਹੋਇਆ, ਸਾਡੇ ਪਾਪਾਂ ਦੇ ਲਈ ਬਲੀਦਾਨ ਹੋਇਆ। ਪਤਾ ਕੀ ਹੁੰਦਾ ਪੁੱਤ? ਚਰਚ ਜਾਣਾ, ਚਰਚ ਜਾ ਕੇ ਹਾਜ਼ਰੀ ਪਾਇਆ ਨਹੀਂ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਸਭ ਤੋਂ ਜ਼ਿਆਦਾ ਗਿਆਨ ਹੋਣਾ ਚਾਹੀਦਾ, ਮੇਨ ਗਿਆਨ। ਅੱਛਾ, ਇਕੱਲਾ ਇਹ ਨਹੀਂ ਹੈ ਵੀ ਗਿਆਨ ਲੈ ਲਿਆ, ਸੁਣ ਲਿਆ, ਓਕੇ। ਗਿਆਨ ਦੇ ਅਨੁਸਾਰ ਚੱਲਣਾ, ਇਹ ਜੀਵਨ ਹੈ। ਗਿਆਨ ਤਾਂ ਸ਼ੈਤਾਨ ਕੋਲ ਬਹੁਤ ਹੈ। ਸ਼ੈਤਾਨ ਤੁਹਾਨੂੰ ਪਤਾ ਕੀ ਕਰਦਾ ਸੀ? ਸ਼ੈਤਾਨ ਬਾਰੇ ਨੌਲੇਜ ਹੈਗੀ ਸਾਗਰ? ਨੌਲੇਜ ਸ਼ੈਤਾਨ ਬਾਰੇ ਨਹੀਂ ਨੌਲੇਜ? ਕੋਈ ਨਾ। ਸ਼ੈਤਾਨ ਪਰਮਾਤਮਾ ਦਾ ਮੇਨ ਸਵਰਗਦੂਤ ਸੀਗਾ। ਮੇਨ ਸਵਰਗਦੂਤ ਯਾਨੀ ਕਿ ਜਿੱਦਾਂ ਹੈੱਡ ਹੁੰਦੇ ਨਾ, ਮੇਨ ਸਵਰਗ ਦੇ ਵਿੱਚ ਜਿੱਦਾਂ ਸਤੂਤੀ ਆਰਾਧਨਾ ਕਰਦੇ ਸੀਗੇ, ਇਹ ਸਵਰਗਦੂਤ ਸੀਗੇ ਜਿਹੜੇ ਪਰਮਾਤਮਾ ਦੇ। ਇਹ ਇੰਨਾ ਸੋਹਣਾ ਸੀਗਾ, ਸ਼ੈਤਾਨ ਇੰਨਾ ਸੋਹਣਾ ਸੀ, ਇਹਦੇ ਚਿਹਰੇ ਤੋਂ ਨੂਰ ਟਪਕਦਾ ਸੀ, ਨੂਰ ਇੰਨਾ ਸੋਹਣਾ। ਔਰ ਸੋਨੇ, ਜਵਾਹਰਾਤ, ਹੀਰੇ, ਮਣੀਆਂ ਦੀ ਜਿਹੜੀ ਰੋਸ਼ਨੀ ਹੁੰਦੀ ਹੈ ਨਾ, ਇਹਨਾਂ ਦੇ ਵਿੱਚ ਚੱਲਦਾ ਫਿਰਦਾ ਸੀਗਾ, ਰੋਸ਼ਨੀਆਂ ਦੇ ਵਿੱਚ।
शैतान, और इन्ना सोहना सीगा। और ਇਹਦੇ ਅੰਦਰ ਤੋਂ ਬੋਡੀ ਦੇ ਅੰਦਰ ਤੋਂ ਇਹਦੀ ਬੋਡੀ ਚੋਂ ਸੁਰ ਨਿਕਲਦੇ, ਸੁਰ ਜਿੱਦਾਂ ਹੁਣ ਇਹਦੇ 'ਚੋਂ ਸੁਰ ਨਿਕਲਦੇ ਆ ਸਾਰੇ ਕੰਮ ਆਪਾਂ ਇੱਦਾਂ ਇਹਦੇ 'ਚੋਂ ਸੁਰ ਨਿਕਲਦੇ ਸੀ, ਸ਼ੈਤਾਨ ਦੇ ਅੰਦਰ ਤੋਂ ਸੁਰ ਨਿਕਲਦੇ ਸੀ। ਤਾਂ ਇਹਦੇ ਨਾਲ ਜਿਹੜਾ ਇੱਕ ਗਰੁੱਪ ਸੀਗਾ, ਪੂਰੀ ਮੰਡਲੀ ਸੀ ਸ਼ੈਤਾਨ ਦੇ ਨਾਲ, ਸਵਰਗਦੂਤ ਸੀਗੇ, ਉਹ ਪਰਮਾਤਮਾ ਦੀ ਸਤੁਤੀ ਆਰਾਧਨਾ ਵਡਿਆਈ ਕਰਦੇ, ਜਿੱਦਾਂ ਆਪਾਂ ਕਰ ਰਹੇ ਹੁਣ ਇਸ ਤਰ੍ਹਾਂ ਪਰਮਾਤਮਾ ਦੀ ਸਤੁਤੀ ਕਰਦਾ ਹੁੰਦਾ ਸੀਗਾ, ਪਰਮਾਤਮਾ ਦੇ ਨੇੜੇ ਰਹਿੰਦਾ ਸੀ। ਪਰਮਾਤਮਾ ਬਾਰੇ ਫੁੱਲ ਗਿਆਨ ਸੀਗਾ ਉਸਨੂੰ, ਵੀ ਪਰਮਾਤਮਾ ਦੀ ਚਾਹਤ। ਗਿਆਨ ਦਾ ਮਤਲਬ ਕੀ ਹੁੰਦਾ? ਚਾਹਤ ਪਤਾ ਹੋਣੀ ਚਾਹੀਦੀ, ਪਰਮਾਤਮਾ ਦੀ ਚਾਹਤ। ਆਪਾਂ ਕੀ ਲੈ ਰਹੇ, ਵੀ ਆਪਾਂ ਪ੍ਰਭੂ ਗਿਆਨ ਕਿਹਨੂੰ ਕਹਿੰਦੇ ਹਾਂ? ਵੀ ਸਾਨੂੰ ਪ੍ਰਭੂ ਯਿਸੂ ਮਸੀਹ ਕੀ ਚਾਹੁੰਦੇ ਆ ਸਾਡੇ ਤੋਂ, ਹੈ ਨਾ, ਇਹ ਗਿਆਨ ਹੈ। ਆਹ ਬਾਈਬਲ ਸਾਰੀ ਚਾਹਤ ਨਾਲ ਭਰੀ ਹੋਈ ਹੈ। ਪ੍ਰਭੂ ਕਹਿੰਦੇ ਮੈਂ ਇਹ ਚਾਹੁੰਦਾ, ਮੈਂ ਇਹ ਚਾਹੁੰਦਾ, ਮੈਂ ਇਹ ਚਾਹੁੰਦਾ ਤੁਹਾਡੇ ਤੋਂ, ਮੈਂ ਇਹ ਚਾਹੁੰਦਾ। ਆਹ ਬਾਈਬਲ ਨੇ, ਇਹ ਚਾਹਤ ਹੈ ਪਰਮਾਤਮਾ ਦੀ, ਇਹ ਪਰਮਾਤਮਾ ਦੀ ਬੁੱਧੀ ਹੈ ਕਿ ਮੈਂ ਤੁਹਾਡੇ ਤੋਂ, ਸਾਡੇ ਤੋਂ, ਤੁਹਾਡੇ ਜੀਵਨ ਤੋਂ ਆਹ ਚਾਹੁੰਦਾ। ਇਹ ਬਾਈਬਲ ਹੈ, ਠੀਕ ਹੈ। ਇਸੀ ਤਰ੍ਹਾਂ ਪਰਮਾਤਮਾ ਦੀ ਚਾਹਤ ਇਸ ਨੂੰ ਪੂਰੀ ਤਰ੍ਹਾਂ ਪਤਾ ਸੀਗੀ ਸ਼ੈਤਾਨ ਨੂੰ। ਤਾਂ ਉੱਥੇ ਸ਼ੈਤਾਨ ਦਾ ਸਿਰਫ ਕੀ ਕੰਮ ਸੀਗਾ? ਇਹਨੇ ਸੋਚਿਆ ਸੀ ਕਿ ਮੈਂ ਆਪਣਾ ਸਿੰਘਾਸਨ ਪਰਮਾਤਮਾ ਦੇ ਸਿੰਘਾਸਨ ਤੋਂ ਉੱਚਾ ਬਣਾਊਂਗਾ। ਸੋਚਿਆ ਸੀ, ਉਹ ਕਰਿਆ ਨਹੀਂ ਸੀਗਾ। ਲੇਕਿਨ ਜਿਹੜਾ ਸਵਰਗ ਹੈ, ਉੱਥੇ ਸੂਈ ਦਾ ਜਿਹੜਾ ਸਪੋਟ ਹੁੰਦਾ ਨਾ, ਸੂਈ ਦਾ ਸਪੋਟ, ਇੰਨਾ ਜਿਹਾ ਵੀ ਪਾਪ ਉੱਥੇ ਸਵਰਗ ਦੇ ਵਿੱਚ ਆ ਜਾਏ ਤਾਂ ਬਹੁਤ ਬੜਾ ਨਜ਼ਰ ਆਉਂਦਾ, ਬਹੁਤ ਵੱਡਾ ਸਵਰਗ ਦੇ ਵਿੱਚ। ਤਾਂ ਉੱਥੇ ਪਾਪ ਮਤਲਬ ਕਿ ਸਵਰਗ ਪਵਿੱਤਰ ਹੈ, ਉੱਥੇ ਪਾਪ ਆ ਜਾਵੇ, ਯਾਨੀ ਕਿ ਗੰਦਗੀ, ਪਾਪ ਕੀ ਹੈ? ਗੰਦਗੀ, ਤਾਂ ਉਹ ਤਾਂ ਬਹੁਤ ਵੱਡੀ ਨਜ਼ਰ ਆਏਗੀ। ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਉੱਥੇ ਫਿਰ ਪਰਮਾਤਮਾ ਨੇ ਕੀ ਕੀਤਾ? ਸਰਵ ਸ਼ਕਤੀਮਾਨ ਪਰਮਾਤਮਾ, ਉਹਨਾਂ ਦਾ ਨਾਮ ਯਹੋਵਾ ਹੈ। ਯਹੋਵਾ ਦਾ ਮਤਲਬ ਸਰਵ ਸ਼ਕਤੀਮਾਨ, ਸਰਵ ਸ਼ਕਤੀਮਾਨ ਦਾ ਮਤਲਬ ਸਾਰੀ ਸ਼ਕਤੀਆਂ ਦੇ ਉੱਪਰ। ਉਹਨਾਂ ਨੇ ਕੀ ਕੀਤਾ? ਤਾਂ ਫਿਰ ਇਹ ਸਵਰਗਦੂਤ ਨੂੰ ਉੱਪਰ ਤੋਂ, ਸਵਰਗ ਤੋਂ ਥੱਲੇ ਗੇਰਤਾ, ਯਾਨੀ ਕਿ ਡਿਫਲਟਰ ਕਰਕੇ। ਇਹਨਾਂ ਦਾ ਪੂਰਾ ਗਰੁੱਪ, ਸ਼ੈਤਾਨ ਦੇ ਨਾਲ ਜਿਹੜਾ ਪੂਰਾ ਗਰੁੱਪ ਸੀਗਾ ਸਵਰਗਦੂਤਾਂ ਦਾ, ਇਹ ਸਾਰਾ ਗਰੁੱਪ ਸਵਰਗ ਤੋਂ ਥੱਲੇ ਗੇਰਤਾ। ਹੁਣ ਇਹ ਜਿਹੜਾ ਥੱਲੇ ਧਰਤੀ 'ਤੇ, ਇੱਥੇ ਥੱਲੇ ਧਰਤੀ 'ਤੇ ਨਹੀਂ ਹੈ, ਧਰਤੀ 'ਤੇ ਆਊਗਾ, ਹਲੇ ਫਿਲਹਾਲ ਇਹ ਹਵਾ 'ਚ ਹੈ, ਇਹ ਵਾਤਾਵਰਨ 'ਚ ਹੈ। ਉਸ ਤੋਂ ਬਾਅਦ ਹੁਣ ਇਹਦਾ ਕੰਮ ਕੀ ਹੈ? ਇਹਦਾ ਕੰਮ ਹੈ, ਸ਼ੈਤਾਨ ਦਾ ਕੰਮ ਹੈ ਕਿ ਅਸੀਂ ਪਰਮਾਤਮਾ ਕੋਲ ਨਹੀਂ ਜਾਣ ਦੇਣਾ ਸਾਨੂੰ, ਕਿਉਂਕਿ ਸਾਨੂੰ ਪਰਮਾਤਮਾ ਨੇ ਬਣਾਇਆ, ਕਿਹਦੇ 'ਚ ਬਣਾਇਆ? ਆਪਣੇ ਸਵਰੂਪ 'ਚ। ਆਦਮ ਨੂੰ ਕਿਹਦੇ 'ਚ ਬਣਾਇਆ? ਤੇ ਆਪਣੇ ਸਵਰੂਪ 'ਚ ਬਣਾਇਆ ਸੀ। ਪਰਮਾਤਮਾ ਨੇ ਆਪਣੇ ਜੈਸਾ ਆਦਮ ਬਣਾਇਆ ਸੀਗਾ। ਫਿਰ ਆਦਮ ਨੂੰ ਮਤਲਬ ਕਿ ਆਦਮ ਦੀ ਪਸਲੀ 'ਚੋਂ, ਹੱਡੀ 'ਚੋਂ, ਆ ਜਿਹੜੀ ਹੱਡੀਆਂ ਸਾਡੀ ਨਾ, ਇੱਕ ਹੱਡੀ ਘੱਟ ਹੈ ਬੰਦੇ ਦੀ ਹੱਡੀ ਤੋਂ। ਆ ਜਿਹੜੀ ਹੱਡੀਆਂ ਹੁੰਦੀਆਂ, ਪਿੰਜਰ ਹੁੰਦੇ ਆ, ਅਤੇ ਇੱਕ ਹੱਡੀ, ਯਾਨੀ ਕਿ ਇਹਦੇ 6 ਇੱਧਰ ਆ, ਇੱਕ ਪਾਸੇ 5 ਆ, ਇੱਕ ਪਾਸੇ 6 ਆ, ਇਹ ਘੱਟ ਹੈ। ਇਹਦੇ ਵਿੱਚ ਔਰਤ ਬਣਾਈ, ਹਵਾ ਬਣਾਈ। ਅਤੇ ਉਸ ਤੋਂ ਬਾਅਦ ਕੀ ਹੈ? ਹਵਾ ਨੇ ਮਤਲਬ ਕਿ ਹੁਕਮ ਨਾ ਤੋੜਨ ਕਰਕੇ ਸ਼ੈਤਾਨ ਨੇ ਮਤਲਬ ਕਿ ਇਹਨਾਂ ਤੋਂ ਕੀ ਕਰਿਆ? ਹੁਕਮ ਤੜਾਇਆ। ਪਰਮਾਤਮਾ ਨੇ ਇਹਨਾਂ ਨੂੰ ਹੁਕਮ ਦਿੱਤਾ ਸੀ ਕਿ ਸਾਰੇ ਦਰਖਤ, ਵਾਟਿਕਾ ਦੇ ਸਾਰੇ ਦਰਖਤ ਦਾ ਫਲ ਖਾ ਸਕਦੇ ਤੁਸੀਂ, ਇੱਥੇ ਖਾਓ ਪੀਓ, ਲੇਕਿਨ ਇਸ ਦਰਖਤ ਦਾ ਫਲ ਨਾ ਖਾਣਾ, ਭਲੇ ਔਰ ਬੁਰੇ ਦੇ ਗਿਆਨ ਦਾ ਦਰਖਤ। ਲੇਕਿਨ ਹੁਕਮ ਸੀ ਨਾ ਵੀ ਇਹ ਨਹੀਂ ਕਰਨਾ, ਇੱਦਾਂ ਹੀ ਸਾਨੂੰ ਹੁਕਮ ਹੈ ਵੀ ਇਹ ਨਹੀਂ ਕਰਨਾ। ਅਸੀਂ ਵੀ ਕੀ ਕੀਤਾ? ਇਹਦਾ ਕੰਮ ਕੀ ਹੈ? ਹੁਕਮਾਂ ਨੂੰ ਤੋੜਨਾ। ਸ਼ੈਤਾਨ ਦਾ ਕੰਮ ਹੈ ਹੁਕਮ ਤੜਾਉਣੇ। ਉੱਥੇ ਵੀ ਸ਼ੈਤਾਨ ਹਵਾ ਔਰ ਆਦਮ ਕੋਲ ਗਿਆ, ਕਹਿੰਦੇ ਇਹ ਦਰਖਤ, ਕਹਿੰਦੇ ਜੇ ਤੁਸੀਂ ਇਹ ਦਰਖਤ ਦਾ ਫਲ ਖਾ ਲਓਗੇ ਤਾਂ ਤੁਸੀਂ ਪਰਮਾਤਮਾ ਵਰਗੇ ਹੋ ਜਾਓਗੇ। ਉਹ ਤਾਂ ਆਲਰੇਡੀ ਪਰਮਾਤਮਾ ਨੇ ਆਪਣੇ ਵਰਗੇ ਬਣਾਏ ਸੀ। ਸਭ ਤੋਂ ਪਹਿਲਾਂ ਕੀ ਕਰਦਾ? ਇਹ ਬੁੱਧੀ ਬੰਨ੍ਹ ਦਿੰਦਾ। ਇਹਦਾ ਕੰਮ ਕਰਨ ਦਾ ਤਰੀਕਾ, ਇਹਦਾ ਕੰਮ ਕਰਨ ਦਾ ਤਰੀਕਾ ਬਦਲਿਆ ਨਹੀਂ ਹੈ, ਇਹ ਨਹੀਂ ਵੀ ਬਦਲ ਗਿਆ, ਨਹੀਂ। ਸ਼ੁਰੂ ਤੋਂ ਹੀ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਕਿਉਂਕਿ ਉਹ ਵੀ ਆਤਮਾ, ਪ੍ਰਭੂ ਕਹਿੰਦੇ ਮੈਂ ਹਮੇਸ਼ਾ ਇੱਕ ਜੈਸਾ, ਹੈ ਨਾ, ਕਹਿੰਦੇ ਆਜ ਔਰ ਕੱਲ ਯੁਗਾਨੁਯੁਗ ਇੱਕ ਜੈਸਾ ਮੈਂ ਨਹੀਂ ਕਦੇ ਬਦਲਦਾ। ਇਸੀ ਤਰ੍ਹਾਂ ਹੀ ਇਹ ਸ਼ੈਤਾਨ ਵੀ, ਇਹਦਾ ਵੀ ਸ਼ੁਰੂ ਤੋਂ ਤਰੀਕਾ ਇੱਕੋ ਹੀ ਹੈ ਇਨਸਾਨ ਨੂੰ ਫਸਾਉਣ ਦਾ। ਕੀ ਹੈ? ਉਹ ਸਭ ਤੋਂ ਪਹਿਲਾਂ ਤਾਂ ਬੁੱਧੀ ਨੂੰ ਲੋਕ ਲਾ ਦਿੰਦਾ, ਯਾਨੀ ਕਿ ਬੁੱਧੀ ਆਪਣੀ ਕੰਮ ਕਰਨੀ ਬੰਦ ਹੋ ਜਾਏਗੀ। ਪ੍ਰਭੂ ਕਹਿੰਦੇ ਉਹ ਸੋਚਦੇ ਹੋਏ ਵੀ ਸੋਚਣਗੇ ਲੇਕਿਨ ਸੋਚ ਨਹੀਂ ਸਕਣਗੇ, ਉਹ ਦੇਖਦੇ ਹੋਏ ਵੀ ਦੇਖਣਗੇ ਵੀ ਮੈਂ ਗਲਤ ਕਰ ਰਿਹਾ, ਲੇਕਿਨ ਦਿਖੇਗਾ ਨਹੀਂ। ਪ੍ਰਭੂ ਕਹਿੰਦੇ, ਪਰਮਾਤਮਾ ਦਾ ਸੰਤ ਸੀਗਾ, ਉਹ ਕਹਿੰਦਾ ਪ੍ਰਭੂ ਮੈਂ ਉਹ ਭਲਾ ਕੰਮ ਜਿਹੜਾ ਮੈਂ ਕਰਨਾ ਚਾਹੁੰਦਾ, ਭਲਾ ਕੰਮ ਜਿਹੜਾ ਮੈਂ ਕਰਨਾ ਚਾਹੁੰਦਾ ਉਹ ਮੇਰੇ ਤੋਂ ਹੁੰਦਾ ਨਹੀਂ, ਉਹ ਮਾੜਾ ਕੰਮ ਜਿਹੜਾ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੇਰੇ ਤੋਂ ਬਾਰ-ਬਾਰ ਹੁੰਦਾ। ਤਾਂ ਕਹਿੰਦੇ ਫਿਰ ਕਰਨ ਵਾਲਾ ਮੈਂ ਨਹੀਂ ਰਿਹਾ, ਉਹ ਪਾਪ ਜਿਹੜਾ ਮੇਰੇ ਵਿੱਚ ਵਸਿਆ ਹੋਇਆ ਉਹ ਕਰਦਾ। ਪਾਪ ਕੌਣ ਹੈ? ਸ਼ੈਤਾਨ ਜਿਹੜਾ ਮੇਰੇ ਵਿੱਚ ਵਸਿਆ ਹੋਇਆ ਉਹ ਕਰਦਾ ਹੈ ਮਾੜਾ ਕੰਮ। ਕਹਿੰਦਾ ਪ੍ਰਭੂ ਮੈਂ ਨਹੀਂ ਕਰਦਾ। ਪਰਮਾਤਮਾ ਸੰਤ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਿਹਾ ਸੀ, ਕਹਿੰਦੇ ਜੀ ਉਹ ਭਲਾ ਕੰਮ ਜਿਹੜਾ ਮੈਂ ਕਰਨਾ ਚਾਹੁੰਦਾ ਮੇਰੇ ਤੋਂ ਹੁੰਦਾ ਨਹੀਂ ਜੀ, ਉਹ ਮਾੜਾ ਕੰਮ ਜਿਹੜਾ ਮੈਂ ਨਹੀਂ ਕਰਨਾ ਚਾਹੁੰਦਾ ਮੇਰੇ ਤੋਂ ਬਾਰ-ਬਾਰ ਹੁੰਦਾ ਹੈ। ਕਹਿੰਦੇ ਕਰਨ ਵਾਲਾ ਫਿਰ ਮੈਂ ਨਹੀਂ, ਉਹ ਪਾਪ ਜਿਹੜਾ ਮੇਰੇ ਵਿੱਚ ਵਸਿਆ ਉਹ ਹੈ ਜੀ। ਪਾਪ ਕੌਣ? ਸ਼ੈਤਾਨ ਦਾ ਕੰਮ ਕੀ ਹੈ? ਇਹ ਹਵਾ ਹੈ। ਇਹ ਕਿੱਥੇ ਕੰਮ ਕਰਦੀ? ਖੂਨ 'ਚ। ਇਹ ਸਾਡੇ ਖੂਨ ਦੇ ਵਿੱਚ ਤੈਰਦਾ ਹੈ। ਕਈ ਹੁੰਦੇ ਆ, ਮੈਂ ਇਸ ਪੋਜੀਸ਼ਨ 'ਚੋਂ ਨਿਕਲਿਆ
ਜਿਹੜੇ ਲੋਕ ਸ਼ਰਾਬ ਪੀਂਦੇ ਆ, ਜਿਹੜੇ ਕੋਈ ਵੀ ਨਸ਼ਾ ਕਰਦੇ ਆ, ਜਦੋਂ ਨਸ਼ਾ ਨਹੀਂ ਨਾ ਕਰਨਗੇ ਉਹਨਾਂ ਨੂੰ ਵਾਸੀਆਂ ਸ਼ੁਰੂ ਹੋ ਜਾਣਗੀਆਂ, ਵਾਸੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਇਹ ਕਰੂਗਾ ਵੀ ਜਿੱਦਾਂ ਕਈ ਨੂੰ ਚਾਹ ਦੀ ਤਲਪ ਲੱਗਦੀ ਆ, ਹੈ ਨਾ, ਵਾਸੀਆਂ ਆ ਰਹੀਆਂ, ਲੈ ਵੀ ਬਸ ਚਾਹ ਬਣਾ ਲਓ, ਅੰਦਰ ਦਿਲ ਕਰਦਾ, ਚਾਹਤ ਕਰਦੀ ਹੈ ਵੀ ਚਾਹ ਬਣਾ ਲਓ। ਦਿਲ ਕਰਦਾ ਜਿਹੜਾ ਕੋਈ ਨਸ਼ਾ ਕਰਦਾ ਸ਼ਰਾਬ ਪੀ ਲਈਏ, ਦਿਲ ਕਰਦਾ ਜਿਹੜਾ ਕੋਈ ਸਿਗਰਟ ਪੀਂਦਾ, ਜਰਦਾ ਖਾਂਦਾ ਵੀ ਸਿਗਰਟ ਲਾ ਲਈਏ। ਤੇ ਉਹ ਕੀ ਕਰੂਗਾ, ਇੱਛਾ ਪੈਦਾ ਕਰਦਾ, ਉਹਦਾ ਕੰਮ ਹੈ ਮਨ ਦੇ ਅੰਦਰ ਇੱਛਾ ਪੈਦਾ ਕਰਦੀ, ਇੱਛਾ ਪੈਦਾ ਕਰਦਾ। ਉਹਦਾ ਕੰਮ ਕਰਨ ਦਾ ਤਰੀਕਾ ਦੱਸ ਰਿਹਾ, ਅੰਦਰ ਇੱਛਾ ਪੈਦਾ ਕਰੂਗਾ। ਬੰਦੇ ਦੇ ਅੰਦਰ ਇੱਛਾ ਪੈਦਾ ਹੋਈ, ਕਿੱਥੇ ਹੋਈ, ਪ੍ਰਾਣ 'ਚ। ਦੇ ਆਪਣੇ ਅੰਦਰ ਲਹੂ ਹੀ ਨਹੀਂ ਹੋਏਗਾ ਤਾਂ ਆਪਾਂ ਕੰਮ ਕਰ ਸਕਾਂਗੇ, ਕਿਉਂਕਿ ਉਹ ਤਾਂ ਬੋਡੀ ਗਿਰ ਗਈ। ਇਨਸਾਨ ਦੀ ਜਾਨ ਕਾਹਦੇ 'ਚ ਹੁੰਦੀ ਹੈ, ਲਹੂ 'ਚ, ਜਾਨ ਲਹੂ ਦੇ ਵਿੱਚ ਹੁੰਦੀ ਹੈ। ਤਾਂ ਇਸੀ ਤਰ੍ਹਾਂ ਹੀ ਇਹ ਸਾਡੀ ਜਾਨ ਦੇ ਵਿੱਚ ਕੰਮ ਕਰਦਾ ਸ਼ੈਤਾਨ, ਲਹੂ ਦੇ ਵਿੱਚ ਕੰਮ ਕਰਦਾ ਤਾਂ ਕਿ ਕੰਮ ਕਰੇ। ਤਾਂ ਪ੍ਰਭੂ ਯਿਸੂ ਮਸੀਹ ਨੇ ਕਿਉਂ ਆਪਣਾ ਲਹੂ ਪਾਇਆ ਸੂਲੀ 'ਤੇ, ਕਿਉਂਕਿ ਪਾਪੀ ਕੌਣ ਹੈ, ਲਹੂ, ਕਿਉਂਕਿ ਲਹੂ ਦੁਆਰਾ ਕੰਮ ਹੋ ਰਿਹਾ, ਇਹ ਲਹੂ ਦੁਆਰਾ ਕੰਮ ਕਰਦਾ। ਪਾਪੀ ਲਹੂ ਬਣ ਗਿਆ ਅਤੇ ਇਹ ਤਾਂ ਕੰਮ ਕਰਕੇ ਆਪਣਾ ਨਿਕਲ ਗਿਆ, ਆਪਣਾ ਇੰਜੋਏ ਕਰਕੇ ਲੰਘ ਗਿਆ ਸਾਡੇ ਬੋਡੀ 'ਚੋਂ, ਠੀਕ ਹੈ ਜੀ। ਲੇਕਿਨ ਜਿਹੜਾ ਭੁਗਤਾਨ ਕਰਨਾ ਉਹ ਕਿਹਨੇ ਕਰਨਾ, ਫਿਰ ਸਾਨੇ ਕਰਨਾ। ਪਾਪੀ ਤਾਂ ਅਸੀਂ ਹੋ ਗਏ, ਇਹ ਤਾਂ ਕੰਮ ਕਰਕੇ ਆਪਣਾ, ਇਹ ਤਾਂ ਆਪਣੀ ਇੱਛਾ ਉਹਨੂੰ ਸਾਡੀ ਉਹਨੇ ਦੇ ਲਿੱਤੀ, ਆਪਣੀ ਇੱਛਾ ਪੂਰੀ ਕੀਤੀ, ਉਹ ਲੰਘ ਗਿਆ ਆਪਣੀ ਇੱਛਾ ਪੂਰੀ ਕਰਕੇ ਸਾਡੀ ਦੇ ਦਿਓ। ਲੇਕਿਨ ਪਾਪੀ ਅਸੀਂ ਬਣ ਗਏ। ਇਸੀ ਤਰ੍ਹਾਂ ਹੀ ਅਸੀਂ, ਸ਼ੈਤਾਨ ਕੀ ਕਰਦਾ, ਸਾਡੀ ਇੱਛਾ ਨੂੰ, ਸਾਡੇ ਅੰਦਰ ਇੱਛਾ ਪੈਦਾ ਕਰਦਾ, ਜਿਹੜਾ ਸਾਡਾ ਜੇਠਾਪਨ ਹੈ, ਸਾਡਾ ਜੇਠਾਪਨ ਹੈ ਉਹ ਲੈ ਲੈਂਦਾ ਵੀ ਫਰਜ਼ ਕਰ ਲਓ ਪਰਮਾਤਮਾ ਨੇ ਕਿਹਾ ਸ਼ਰਾਬ ਨਹੀਂ ਪੀਣੀ, ਠੀਕ ਹੈ ਜੀ। ਅਸੀਂ ਪਰਮਾਤਮਾ ਦੇ ਲੋਕ ਹੈ, ਠੀਕ ਹੈ ਜੀ। ਅਸੀਂ ਸ਼ਰਾਬ ਪੀਤੀ ਤਾਂ ਸਾਡਾ ਜੇਠਾ ਥੋੜ੍ਹੀ ਦੇਰ ਲਈ, ਸਾਨੂੰ ਸ਼ਰਾਬ ਨੇ ਕਿੰਨਾ ਕੰਮ ਕਰਨਾ, ਥੋੜ੍ਹੀ ਦੇਰ ਲਈ ਦਾ ਸਵਾਦ ਹੈ, ਥੋੜ੍ਹੇ ਟਾਈਮ ਦਾ ਸਵਾਦ ਹੈ। ਕਹਿਣ ਦਾ ਮਤਲਬ ਜਿਹੜੀ ਵੀ ਚੀਜ਼ ਥੋੜ੍ਹੇ ਟਾਈਮ ਦੀ ਹੈ, ਜਿਹਨੂੰ ਥੋੜ੍ਹੇ ਟਾਈਮ 'ਚ ਯਾਨੀ ਕਿ 5-10 ਮਿੰਟ ਦੀ ਸੰਤੁਸ਼ਟੀ ਹੁੰਦੀ ਹੈ ਕਿਸੇ ਵੀ ਚੀਜ਼ ਦੀ, ਉਹ 5-10 ਉਹਨੇ ਵੀ ਕੋਲੀ ਦਾਲ ਦੀ ਖਾਧੀ, 10-15 ਮਿੰਟ ਬਾਅਦ ਭੁੱਖ ਮਿਟੀ ਹੋਣੀ, ਭੁੱਖ ਤਾਂ ਉਹਨੇ ਫਿਰ ਲੱਗੀ ਹੋਣੀ। ਇਸੀ ਤਰ੍ਹਾਂ ਹੀ ਸਾਡੇ ਅੰਦਰ ਜਿਹੜਾ ਸਾਡੇ ਅੰਦਰ ਅੰਦਰ ਉਹ ਇੱਛਾ ਪੈਦਾ ਕਰਦਾ ਵੀ ਆਹ ਕੰਮ ਕਰ ਲੈ, ਯਾਨੀ ਕਿ ਪਰਮਾਤਮਾ ਦੇ ਵਿਰੁੱਧ ਅਸੀਂ ਉਹ ਕਰਦੇ ਹਾਂ, ਉਹ ਸਾਨੂੰ 10 ਮਿੰਟ ਦੀ 15 ਮਿੰਟ ਦੀ ਸੰਤੁਸ਼ਟੀ ਹੁੰਦੀ ਆ। ਉਸ ਤੋਂ ਬਾਅਦ ਸਾਡਾ ਜੇਠਾਪਨ ਕੀ ਹੁੰਦਾ, ਗਿਆ, ਖਤਮ। ਯਾਨੀ ਕਿ ਪਰਮਾਤਮਾ ਦੀ ਹਜ਼ੂਰੀ ਸਾਡੇ ਅੰਦਰ ਤੋਂ ਖਤਮ। ਅਸੀਂ ਕੀ ਹੈ, ਸਾਡੇ ਅੰਦਰ ਫਿਰ ਕੀ ਆ ਜਾਂਦਾ, ਪਾਪ। ਪਾਪ ਦੀ ਮੁਕਤੀ ਮੌਤ। ਹਰ ਟਾਈਮ ਸ਼ੈਤਾਨ ਦਾ ਮਤਲਬ ਕਿ ਸ਼ੈਤਾਨ ਸਾਡੇ ਪਰ ਮੰਡਰਾਉਣ ਹੁੰਦਾ ਵੀ ਕਦੋਂ ਮੈਂ ਇਹਨੂੰ ਫਾੜ ਖਾਵਾਂ। ਲੇਕਿਨ ਪ੍ਰਭੂ ਦੀ ਅਨੁਗ੍ਰਹਿ ਕਿਰਪਾ ਹੁੰਦੀ ਹੈ ਕਿ ਅਸੀਂ ਬਚ ਕੇ ਰਹਿੰਦੇ ਹਾਂ। ਪ੍ਰਾਰਥਨਾ ਹੁੰਦੀ ਹੈ ਸੰਤਾਂ ਦੀ ਤਾਂ ਕਿ ਉਹ ਬੰਦੇ ਨੂੰ ਬਚਾ ਕੇ ਰੱਖਦੇ ਆ। ਅਦਰਵਾਈਜ਼ ਬੰਦੇ ਦੇ ਅੰਦਰ ਕੋਈ ਖੂਬੀ ਲਿਆਕਤ ਨਹੀਂ ਹੈ ਕਿ ਉਹ ਬਚ ਜਾਵੇ। ਕਿਉਂ ਨਹੀਂ ਬਚ ਸਕਦਾ, ਕਿਉਂਕਿ ਪਾਪੀ ਹੈ। ਪ੍ਰਭੂ ਕਹਿੰਦੇ ਮੇਰਾ ਅਧਿਕਾਰ ਪਾਪੀ ਬੰਦੇ ਪਰ ਨਹੀਂ ਆ। ਪ੍ਰਭੂ ਕੁਛ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਪਾਪੀ ਬੰਦੇ ਪਰ ਅਧਿਕਾਰ ਸਿਰਫ ਸ਼ੈਤਾਨ ਦਾ ਹੈ। ਉਹ ਕਹਿੰਦਾ ਮੈਂ ਜਦੋਂ ਚਾਹਾਂ ਤਾਂ ਮਰੋੜ ਦਾਂਗਾ, ਜਦੋਂ ਚਾਹਾਂ ਤਾਂ ਮਰੋੜ ਦਾਂਗਾ, ਉਦੋਂ ਮੈਂ ਜਾਨ ਲੈ ਲਾਂਗਾ। ਅੱਜ ਜਿੰਨੇ ਵੀ ਲੋਕ ਮਰ ਰਹੇ ਆ, ਪ੍ਰਭੂ ਕਹਿੰਦੇ ਮੈਂ ਕਿਸੇ ਦੇ ਮਰਨ ਤੋਂ ਖੁਸ਼ ਨਹੀਂ ਹੁੰਦਾ। ਜਿੰਨੇ ਵੀ ਸੰਸਾਰ ਦੁਨੀਆ ਮਰ ਰਹੀ ਹੈ ਸਭ ਕਹਿੰਦੇ ਨਰਕ ਨੇ ਮੂੰਹ ਫਸਾਰਿਆ ਹੋਇਆ। ਇੱਦਾਂ ਉਹਦਾ ਤਲਾ ਨਹੀਂ ਹੈਗਾ, ਨਰਕ ਦਾ ਕੋਈ ਤਲਾ ਨਹੀਂ ਹੈਗਾ। ਜਿੱਦਾਂ ਅੱਜ ਇਸ ਤਰ੍ਹਾਂ ਫਰਜ਼ ਕਰ ਲਓ ਆਪਾਂ ਪਾਈ ਇਹਦਾ ਤਲਾ ਬਣਿਆ ਨਾ, ਇੱਦਾਂ ਤਲਾ ਵਿੱਚ ਐਨਕ ਪਾਈਏ ਨਹੀਂ, ਇਹਦੇ ਉਹ ਨਰਕ ਦੇ ਵਿੱਚ ਕੋਈ ਤਲਾ ਨਹੀਂ ਹੈ। ਉੱਚ ਲੋਕ ਜਾਈ ਜਾ ਰਹੇ, ਆਤਮਾ ਜਾਈ ਜਾ ਰਹੇ, ਆਤਮਾ ਜਾਈ ਜਾ ਰਹੇ, ਕੋਈ ਤਲਾ ਨਹੀਂ। ਉਹਨੇ ਮੂੰਹ ਫਸਾਰਿਆ ਬੇਪਨਾਹ। ਬਾਈਬਲ ਕਹਿੰਦੀ ਉਹਨੇ ਬੇਪਨਾਹ ਮੂੰਹ ਫਸਾਰਿਆ ਹੋਇਆ, ਆਤਮਾ ਨੂੰ ਲੈ ਜਾਈ ਜਾ ਰਿਹਾ, ਮਰੀ ਜਾ ਰਹੇ ਲੋਕ, ਮਰੀ ਜਾ ਰਹੇ। ਲੇਕਿਨ ਅਸੀਂ ਕੀ ਕਹਿੰਦੇ, ਸਾਨੂੰ ਕੁਛ ਨਹੀਂ, ਐਸਾ ਕੁਛ ਨਹੀਂ ਹੈਗਾ। ਉਹ ਕਹਿੰਦਾ ਮੈਂ ਪਤਾ ਨਹੀਂ ਕਿੰਨਿਆਂ ਨੂੰ ਛੱਡਿਆ ਆ। ਤੁਸੀਂ ਕਾਹਦੇ ਬਾਗ ਦੀ ਮੁੱਲ ਹੋ? ਤੁਹਾਡੀ ਕਿਹੜੀ ਖੂਬੀ ਲਿਆਕਤ ਆ? ਪਤਾ ਨਹੀਂ ਮੈਂ ਕਿੰਨੇ ਛੱਡਿਆ। ਲੇਕਿਨ ਪ੍ਰਭੂ ਕਹਿੰਦੇ ਮੇਰਾ ਅਨੁਗ੍ਰਹਿ ਤੇਰੇ ਲਈ ਕਾਫੀ ਹੈ। ਪਰਮਾਤਮਾ ਦੀ ਦਇਆ, ਪਰਮਾਤਮਾ ਤੋਂ ਕਿਰਪਾ ਮੰਗੋ। ਸਾਡੇ ਤੋਂ ਨਹੀਂ ਹੁੰਦਾ। ਮੈਨੂੰ ਪਤਾ ਮੈਂ ਕਿੰਨੀਆਂ ਪ੍ਰਾਰਥਨਾ ਕਰਦਾ, ਮੇਰੇ 'ਤੇ ਫਿਰ ਵੀ ਕਿੰਨੇ ਜ਼ੋਰ ਪੈਂਦੇ ਆ, ਕਿੰਨਾ ਉਹ ਕਰਦਾ ਮੇਰੇ 'ਤੇ, ਕਿੰਨਾ ਬਚਦਾ ਮੈਂ ਚੀਜ਼ਾਂ ਤੋਂ, ਕਿੱਥੋਂ ਮੈਨੂੰ ਕੱਢ ਕੇ ਲਿਆਂਦਾ ਪਰਮਾਤਮਾ ਨੇ। ਅੱਜ ਇਹ ਜਿਹੜੀ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਮੈਂ ਥੋੜ੍ਹਾ ਨਾ ਕਰ ਸਕਦਾ। ਮੈਂ ਤਾਂ ਆਪ ਇਹੋ ਜਿਹਾ ਸੀਗਾ। ਇਹ ਥੋੜ੍ਹਾ ਨਾ ਵੀ ਅੱਜ ਮੈਂ ਤੁਹਾਡੇ ਨਾਲ ਕਰ ਰਿਹਾ ਮੈਂ ਬੜਾ ਧਰਮੀ, ਬਿਲਕੁਲ ਕੋਈ ਧਰਮੀ ਨਹੀਂ। ਸਭ ਤੋਂ ਗੰਦਾ, ਘਟੀਆ ਔਰ ਪਾਪੀ ਇਨਸਾਨ ਸੀਗਾ ਮੈਂ। ਲੇਕਿਨ ਪ੍ਰਭੂ ਕਹਿੰਦੇ ਮੈਂ ਤੈਨੂੰ ਅੰਸ਼ ਕਰਕੇ ਬਦਲ ਰਿਹਾ। ਕਿਉਂਕਿ ਪ੍ਰਭੂ ਕਹਿੰਦੇ ਜੇ ਮੈਨੇ ਇਹ ਤੇਰੇ ਕੰਮ ਦੇ ਵਿੱਚ ਭਲਾ ਕੰਮ ਮੈਨੇ ਸ਼ੁਰੂ ਕੀਤਾ ਤਾਂ ਅੰਤ ਦੇ ਦਿਨ 'ਚ ਪੂਰਾ ਵੀ ਕਰੂੰਗਾ। ਲੇਕਿਨ ਕੰਮ ਹੁੰਦਾ ਗ੍ਰੈਜੂਅਲੀ, ਹੌਲੀ ਹੌਲੀ, ਸਲੋ। ਇਸੀ ਕਰਕੇ ਪ੍ਰਭੂ ਕਹਿੰਦੇ ਰਾਹ, ਸੱਚਾਈ ਔਰ ਜੀਵਨ ਮੈਂ ਆ। ਜਿਹੜੇ ਮੇਰੇ ਪਿੱਛੇ ਚੱਲਦੇ ਆ, ਪਿੱਛੇ ਮਤਲਬ ਪਰਮੇਸ਼ਵਰ ਦੇ ਸਟੈਪ ਕਦਮਾਂ 'ਤੇ, ਪਿੱਛਾ ਮਤਲਬ ਵਚਨ ਦੇ ਅਨੁਸਾਰ ਜੋ ਇਹ ਪਿੱਛਾ ਕਰਨ ਦਾ ਤਰੀਕਾ ਦੱਸਿਆ ਪ੍ਰਭੂ ਨੇ। ਬਾਈਬਲ ਨੂੰ ਪੜ੍ਹਨਾ ਬੜੇ ਤਰੀਕੇ ਨਾਲ ਪੜ੍ਹਨਾ ਹੁੰਦਾ ਹੈ। ਇਸੀ ਤਰ੍ਹਾਂ ਹੀ ਇਹ ਜਿਹੜੀ ਕੋਲ ਹੈ ਅੱਜ ਤੁਸੀਂ ਸੁਣ ਰਹੇ ਹੋ, ਇਹ ਕੋਲ ਤੁਹਾਡੇ ਲਈ ਹੈ। ਪ੍ਰਭੂ ਕਹਿੰਦੇ ਜੇ ਅੱਜ ਦੇ ਦਿਨ ਸੁਣਦੇ ਹੋ,
ਆਵਾਜ਼ ਖੁਦਾਵੰਦ ਦੀ, ਤਾਂ ਆਪਣੇ ਮਨ ਨੂੰ ਪੱਥਰ ਵਾਂਗੂ ਨਾ ਬਣਾਓ। ਪੱਥਰ ਯਾਨੀ ਕਿ ਠੋਸ ਨਾ ਬਣਾਓ, ਕੋਈ ਗੱਲ ਨਹੀਂ। ਸੁਣਨਾ ਨਹੀਂ ਹੈਗਾ, ਅਮਲ ਕਰਨਾ। ਕੱਲਾ ਸੁਣਨਾ ਨਹੀਂ ਹੈ, ਅਮਲ ਕਰਨਾ ਹੈ ਕਿ ਪ੍ਰਭੂ ਕੀ ਕਹਿ ਰਹੇ ਹੈ। ਪ੍ਰਭੂ ਕਹਿੰਦੇ ਮੈਂ ਰਾਹ, ਸੱਚਾਈ ਔਰ ਜੀਵਨ ਮੈਂ ਹਾਂ। ਜਿਹੜਾ ਮੇਰੇ ਪਿੱਛੇ ਚੱਲਦਾ ਹੈ ਉਹ ਹਨੇਰੇ 'ਚ ਨਹੀਂ ਚੱਲਦਾ। ਹਨੇਰਾ ਕੀ ਹੈ? ਮੌਤ। ਉਹ ਮੌਤ 'ਚ ਨਹੀਂ ਚੱਲਦਾ, ਜੀਵਨ 'ਚ ਚੱਲਦਾ। ਜਿਹੜਾ ਮੇਰੇ ਪਿੱਛੇ ਚੱਲਦਾ ਹੈ, ਵਚਨ ਦੇ ਪਿੱਛੇ ਚੱਲਦਾ ਹੈ, ਵਚਨ ਦੇ ਅਨੁਸਾਰ ਚੱਲਦਾ ਹੈ, ਵਚਨ ਨੂੰ ਮੰਨਦਾ ਹੈ, ਵਚਨ ਦੇ ਉੱਪਰ ਮੰਨਣ ਕਰਦਾ ਹੈ। ਜਿਸ ਤਰ੍ਹਾਂ ਗਾਂ ਮੱਝ ਹੁੰਦੀ ਹੈ, ਪਹਿਲਾਂ ਖਾਣਾ ਖਾਂਦੀ, ਉਸ ਤੋਂ ਬਾਅਦ ਉਹਨੂੰ ਚਥਾਉਂਦੀ ਹੈ ਨਾ। ਤਾਂ ਉਹ ਜਦੋਂ ਚਥਾਉਂਦੀ ਹੈ, ਜਿਹੜਾ ਉਹਦਾ ਜੂਸ ਨਿਕਲਦਾ, ਉਸ ਦਾ ਦੁੱਧ ਬਣਦਾ। ਇਸੀ ਤਰ੍ਹਾਂ ਹੀ ਜਦੋਂ ਅਸੀਂ ਵਚਨ ਨੂੰ ਖਾਵਾਂਗੇ ਨਾ, ਵਚਨ ਨੂੰ ਖਾਣ ਦਾ ਮਤਲਬ ਕਿ ਪਰਮਾਤਮਾ ਨੂੰ ਖਾ ਰਹੇ, ਯਾਨੀ ਕਿ ਪਰਮਾਤਮਾ ਨੂੰ ਖਾ ਰਹੇ। ਪਰਮਾਤਮਾ ਨੂੰ ਜਦੋਂ ਖਾਵਾਂਗੇ, ਉਸ ਦਾ ਪਰਮਾਤਮਾ ਦਾ ਜਿਹੜਾ ਜੂਸ ਹੈ ਉਹ ਸਾਡੇ ਅੰਦਰ ਜਾਏਗਾ। ਇੱਧਰ ਨੂੰ ਹੋ ਜਾ ਸਕਦਾ, ਪਰਮਾਤਮਾ ਦਾ ਜਿਹੜਾ ਜੂਸ ਹੈ ਉਹ ਸਾਡੇ ਆਤਮਾ 'ਚ ਜਾਏਗਾ। ਇਹ ਆਤਮਾ ਦੀ ਖੁਰਾਕ। ਵਚਨ ਕੀ ਹੈ? ਆਤਮਾ। ਇਸ ਖੁਰਾਕ ਕਾਹਦੀ ਹੈ? ਆਤਮਾ ਦੀ। ਹੁਣ ਤੁਸੀਂ ਇਹ ਜਿਹੜੀ ਖੁਰਾਕ ਹੈ, ਇਹ ਕੰਨਾਂ ਦੁਆਰਾ ਸ਼ਬਦ ਪਰਮਾਤਮਾ ਤੁਹਾਡੇ ਅੰਦਰ ਜਾ ਰਹੇ। ਕਿੱਥੇ ਜਾ ਰਹੇ? ਆਤਮਾ 'ਚ ਜਾ ਰਹੇ। ਉਸ ਤੋਂ ਬਾਅਦ ਤੁਸੀਂ ਵਚਨ ਤੋਂ ਬਾਅਦ ਰੋਟੀ ਖਾਓਗੇ, ਮੀਟ ਬਣਿਆ ਹੋਇਆ, ਉਹ ਕਾਹਦੀ ਖੁਰਾਕ ਹੈ? ਸਰੀਰ ਦੀ। ਉਹਦੇ ਨਾਲ ਸਰੀਰ ਹਿਸਟ ਪੁਸ਼ਟ ਹੋਏਗਾ, ਇਹਦੇ ਨਾਲ ਆਤਮਾ ਹੋਏਗੀ। ਇਹ ਆਤਮਾ ਦੀ ਖੁਰਾਕ ਹੈ। ਜੇ ਆਤਮਾ ਦੀ ਖੁਰਾਕ, ਜਿੱਦਾਂ ਆਪਾਂ ਰੋਜ਼ ਉਹ ਸਰੀਰ ਦੀ ਖੁਰਾਕ ਖਾਂਦੇ ਹਾਂ, ਬ੍ਰੇਕਫਾਸਟ ਕਰਦੇ, ਲੰਚ ਕਰਦੇ, ਡਿਨਰ ਕਰਦੇ ਹੈ ਨਾ, ਇਸੀ ਤਰ੍ਹਾਂ ਹੀ ਇਹ ਵੀ ਤਿੰਨੋਂ ਟਾਈਮ ਖਾਣਾ ਚਾਹੀਦਾ। ਇਹ ਖਾਂਦੇ ਨਹੀਂ, ਇਹਨੂੰ ਤਾਂ ਕੋਈ ਖਾਂਦਾ ਨਹੀਂ। ਪ੍ਰਭੂ ਕਹਿੰਦੇ ਮੈਂ ਆਪਣੇ ਕੋ ਘਰ ਆਇਆ, ਮੁਝੇ ਮੇਰੇ ਆਪਣੋਂ ਨੇ, ਜਿਨ੍ਹਾਂ ਨੂੰ ਮੰਨੇ ਬਣਾਇਆ, ਮੈਨੂੰ ਕਬੂਲ ਨਹੀਂ ਕੀਤਾ। ਮੈਂ ਆਪਣੋਂ ਕੇ ਘਰ ਆਇਆ ਵੀ ਭਾਈ ਮੈਂ ਆ ਗਿਆ ਮਤਲਬ ਵਚਨ ਆ ਗਿਆ। ਕਹਿੰਦੇ ਮੈਂ ਆਪਣੋਂ ਕੇ ਘਰ ਆਇਆ, ਮੇਰੇ ਆਪਣੋਂ ਨੇ ਮੁਝੇ ਕਬੂਲ ਨਹੀਂ ਕਰਿਆ। ਆਪਾਂ ਕਰਦੇ ਕਬੂਲ ਕਰ, ਵਚਨ ਦੇ ਅਨੁਸਾਰ ਚੱਲਦੇ, ਵਚਨ ਨੂੰ ਮੰਨਦੇ ਨਹੀਂ। ਮੈਂ ਆਪਣੋਂ ਕੇ ਘਰ ਆਏ ਹੋਏ ਪਰਮਾਤਮਾ ਆਏ, ਵਚਨ ਆਇਆ ਹੋਇਆ ਆਪਣੇ ਘਰ 'ਚ, ਲੇਕਿਨ ਮੇਰੇ ਆਪਣੋਂ ਨੇ, ਮੇਰੇ ਆਪਣੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ, ਜਿਨ੍ਹਾਂ ਲਈ ਮੈਂ ਮਰਿਆ, ਜਿਨ੍ਹਾਂ ਲਈ ਮੈਂ ਸੂਲੀ ਚੜ੍ਹਿਆ, ਜਿਨ੍ਹਾਂ ਲਈ ਮੈਨੇ ਇੰਨੇ ਦੁੱਖ ਝੱਲੇ, ਮੈਨੂੰ ਉਹਨਾਂ ਨੇ ਕਬੂਲ ਨਹੀਂ ਕੀਤਾ। ਉਹ ਕਾਹਦੇ 'ਚ ਲੱਗਿਆ? ਸੰਸਾਰ 'ਚ। ਉਹ ਸੰਸਾਰ ਦੀ ਐਸ਼ੋ ਆਰਾਮ 'ਚ। ਸ਼ੈਤਾਨ ਦਾ ਕੰਮ ਹੈ ਦਿਮਾਗ, ਬੁੱਧੀ ਨੂੰ ਬੰਨ੍ਹਣਾ। ਇਹ ਬੁੱਧੀ ਬੰਨ੍ਹ ਦਿੰਦਾ। ਇਹ ਟੀਵੀ ਹੈ, ਇਹ ਟੀਵੀ ਜਦੋਂ ਗੱਡੀ ਚਲਾਉਂਦੇ ਹਾਂ, ਕਲੱਚ ਦਾ ਕੰਮ ਕੀ ਹੁੰਦਾ? ਕਲੱਚ ਦਾ ਆਪਾਂ ਕਲੱਚ ਦਬਾਉਂਦੇ ਨਾ, ਉਹ ਜਿਹੜੀ ਗਰਾਰੀਆਂ ਹੁੰਦੀਆਂ ਉਹਨਾਂ ਨੂੰ ਬਿਲਕੁਲ ਕਲੱਚ ਕਰ ਲੈਂਦਾ, ਪਕੜ ਲੈਂਦਾ। ਕਲੱਚ ਦਬਾਉਂਦੇ ਹਾਂ, ਫਿਰ ਗੇਅਰ ਪਾਉਂਦੇ ਹਾਂ, ਠੀਕ ਹੈ। ਉਹ ਗਰਾਰੇ ਨੂੰ ਇੱਦਾਂ ਉਹਨੂੰ ਕਲੱਚ ਕਰਦਾ, ਪਕੜ ਲੈਂਦਾ। ਇਸੀ ਤਰ੍ਹਾਂ ਹੀ ਸ਼ੈਤਾਨ ਕੀ ਹੈ? ਸਾਡੇ ਦਿਮਾਗ ਨੂੰ ਕਲੱਚ ਕਰਦਾ। ਕਲੱਚ ਮਤਲਬ ਪਕੜ ਲੈਂਦਾ। ਉਹਦੀ ਪਕੜ ਇਹੋ ਜਿਹੀ ਨਹੀਂ ਹੈਗੀ ਵੀ ਮਾਮੂਲੀ ਜਿਹੀ ਪਕੜੀ ਹੈ, ਪੂਰੀ ਤਰ੍ਹਾਂ ਜਕੜ। ਪ੍ਰਭੂ ਕਹਿੰਦੇ ਸਾਰਾ ਸੰਸਾਰ ਉਸ ਦੁਸ਼ਟ ਦੇ ਕਲੱਚ 'ਚ ਹੈ, ਪਕੜ 'ਚ ਹੈ। ਸਾਰੇ ਸੰਸਾਰ ਨੂੰ ਪਕੜਿਆ। ਹੁਣ ਦੇਖੋ ਨੂੰ ਆਪਾਂ ਨੂੰ ਕਿਹੜਾ ਲੱਗ ਰਿਹਾ ਕਿ ਕੋਈ ਪਕੜਦਾ ਵੀ ਬੰਨੇ ਹੋਏ ਆ? ਨਹੀਂ। ਕੀ ਹੈ? ਬੰਨੇ ਕੀ ਹੈ? ਆਤਮਾ ਉਹ ਵੀ ਹਵਾ ਹੈ, ਉਹਦੀ ਆਤਮਾ ਵੀ ਹਵਾ ਹੈ। ਹਰ ਇਨਸਾਨ ਦੀ ਆਤਮਾ ਪਕੜੀ ਹੋਈ ਹੈ, ਮਨ ਪਕੜਿਆ ਹੋਇਆ। ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ 'ਚ ਹੈ। ਪ੍ਰਭੂ ਕਹਿੰਦੇ ਬੇਟਾ ਮਤਲਬ ਕਿ ਜਿਹੜਾ ਹੁੰਦਾ, ਜਿੱਦਾਂ ਨੌਕਰ ਹੁੰਦਾ, ਨੌਕਰ ਕਦੇ ਉਹਦੇ ਕੀ ਇਹਦਾ ਨਾਮ, ਆਪਣੇ ਮਾਲਕ ਦੇ ਘਰ 'ਚ ਰਹਿੰਦਾ। ਨੌਕਰ ਲਈ ਅਲੱਗ ਕਮਰਾ ਹੁੰਦਾ, ਪੁੱਤਰ ਲਈ ਉਹਦਾ ਆਪਦਾ ਘਰ ਹੁੰਦਾ, ਆਪਣੇ ਬਾਪ ਦੇ ਘਰ 'ਚ ਰਹਿੰਦਾ ਪੁੱਤਰ, ਹੈ ਨਾ। ਇਸੀ ਤਰ੍ਹਾਂ ਹੀ ਸ਼ੈਤਾਨ ਦਾ ਜਿਹੜਾ ਨੌਕਰ ਹੈ, ਜਿਹੜੇ ਉਹਦੇ ਵੱਸ 'ਚ ਹੈ, ਉਹਦਾ ਨੌਕਰ ਹੈ। ਤਾਂ ਸ਼ੈਤਾਨ ਉੱਥੇ ਮਾਲਕ ਦੇ ਘਰ 'ਚ ਜਾਣ ਹੀ ਨਹੀਂ ਦਿੰਦਾ। ਪੁੱਤਰ ਹਮੇਸ਼ਾ ਘਰ 'ਚ ਰਹੇਗਾ, ਲੇਕਿਨ ਪਰਮਾਤਮਾ ਕੀ ਕਹਿੰਦਾ? ਮੈਂ ਤੈਨੂੰ ਪੁੱਤਰ ਬਣਾਉਣਾ ਚਾਹੁੰਦਾ ਤਾਂ ਕਿ ਤੂੰ ਮੇਰੇ ਘਰ 'ਚ ਰਹੇ। ਪ੍ਰਭੂ ਕਹਿੰਦੇ ਜੋ ਜੈ ਪਾਏ, किधे पर? संसार और पाप थे। जो जय पाए उसको मैं अपने साथ अपने सिंहासन पर बिठाऊंगा, जैसे मैं भी जय पाकर उसके साथ उसके सिंहासन में जा विराजा। जय किधे पानी? पाप और संसार थे, ਤਾਂ ਸਾਨੂੰ ਸਿੰਘਾਸਨ ਮਿਲੇਗਾ। ਸੰਤ ਕਹਿੰਦੇ ਆ यूहन्ना प्रभु ਕਹਿੰਦੇ यूहन्ना ਬਪਤਿਸਮਾ ਦੇਣ ਵਾਲੇ ਦੇ ਸਮੇਂ ਤੋਂ ਸਵਰਗ ਦੇ ਉੱਪਰ ਜ਼ੋਰ ਮਾਰਿਆ ਜਾਂਦਾ ਹੈ, ਲੇਕਿਨ ਜਿਹੜੇ ਜੁਰਾਵਰ ਹੈ ਉਸ ਨੂੰ ਛੀਨ ਲੈਂਦੇ ਆ। ਸਵਰਗ ਨੂੰ ਕਿਹਨੂੰ ਛੀਨਣਾ ਪਏਗਾ ਪੁੱਤ? ਸਵਰਗ ਨੂੰ ਐ ਨਹੀਂ ਮਿਲਦਾ ਵੀ ਮਰ ਗਏ ਸਵਰਗ ਚਲ ਗਏ। ਉੱਥੇ ਲਿਖਿਆ ਹੁੰਦਾ ਸਵਰਗ ਤਾਂ ਬਾਪ ਦਾ ਰਾਜ ਹੈ ਕਿ ਜਿਹੜਾ ਮਰ ਗਿਆ ਸਵਰਗ ਚਲੇ, ਐਦਾਂ ਕੁਛ ਨਹੀਂ ਹੈ। ਸਵਰਗ ਜਾਣ ਦੇ ਲਈ ਜ਼ੋਰ ਮਾਰਿਆ ਜਾਂਦਾ। ਕਹਿੰਦੇ यूहन्ना ਬਪਤਿਸਮਾ ਦੇਣ ਦੇ ਵੇਲੇ ਸਮੇਂ ਤੋਂ ਸਵਰਗ ਦੇ ਉੱਪਰ ਜ਼ੋਰ ਮਾਰਿਆ ਜਾਂਦਾ, ਔਰ ਜ਼ੋਰਾਵਰ ਜਿਹੜੇ ਜ਼ੋਰ ਮਾਰਦੇ ਆ ਸਵਰਗ ਦੇ ਲਈ ਉਹਨੂੰ ਛੀਨ ਲੈਂਦੇ। ਸਵਰਗ ਪਰ ਜਾਣ ਦੇ ਲਈ ਸਵਰਗ ਨੂੰ ਛੀਨਣਾ ਪਏਗਾ, ਜ਼ੋਰ ਮਾਰਨਾ ਪਏਗਾ। ਜ਼ੋਰ ਮਾਰਨ ਦੇ ਲਈ ਫਿਰ ਬਾਈਬਲ ਹੈ ਕਿ ਕਿੱਦਾਂ ਜ਼ੋਰ ਮਾਰਨਾ।
स्वर्ग पर किद्दां जोर मारना, स्वर्ग किद्दां दा है, किस तरह जोर मारेगा, किहड़ी चीज़ पर जोर मारेगा, किद्दां मारेगा, किहड़े हथियार किहड़े हथियारां दे नाल उहदे पर जोर मारांगे, उहदे नाल लड़ांगे। वो हथियार ये बड़े फास्ट हो है, परमात्मा का ज्ञान जिहड़ा हैगा बड़ा डीप है। इहदे लई जाण दे लई दे कहंदे रोज़ भी आपां ज्ञान वो करिए ना, तां भी आपां हुण नहीं पूरे पै सकदे जिन्नी आपां पिछे है, ज्ञान की इन्नी जरूरत है। लेकिन हुण मैनू प्रभु कहंदे तेरे ज्ञान दे नाल ना फिर उहदे नाल की हुंदा, मन दी अखां ज्योति समाई हुंदियां। साडी 4 अखां, तुहानूं पता 4 अखां साडी बॉडी दे विच 4 अखां है साडियां, किहड़ियां किहड़ियां पता? हाँ मैं बताता हूँ। शरीरिक अखां ये आलियां, प्राण दी अखां साडे लहू दे विच जिहड़ा इहदी भी अखां है, शरीर दी अखां, प्राण दी अखां, मन दी अखां साडे मन दी अखां है, और देह प्राण आत्मा और मन दियां ये 4 अखां है। ये चारों अखां खुल जांदियां, फिर कदों खुलेंगे जदों ज्ञान आएगा। तो इसी तरह ही प्रभु की दया कृपा नाल 4 अखां खुल गई मेरियां। तो पहला तो मेरी अखां बंद सीगियां, अन्ना सीगा मैं, आत्मिक अन्ने कहंदे इहनूं, आत्मिक अन्ना सीगा, मैनूं नज़र नहीं आंदा, मैं अपना क्योंकि मैं अपनी इच्छा पूरी करदा सी, क्योंकि मेरी अखां अन्ने कीते होए सी शैतान ने। मेरे कन्नां दे विच शैतान की करदा है, कंच हुंदा ना, कंच नूं पिंगला के ये कन्न च पा दिंदा, जिद्दां मोम होंदे ने मोम, इदां ही कंच पिंगला के कन्नां च पा दिंदा है, तां सुणदा नहीं बंदे नूं। फिर बंदा जिन्ना मर्जी समझाई जाए, कोई समझावे ना, वो कहंदा बंदा समझ ही नहीं रहा, तो वो बंदा सुन रहा, बोल रहा, सुन रहा भी ना भाई ये काम ना कर, वो उन्होंने सुन रहा भी हाँ ने ये कह रहा है, लेकिन उन्हें समझ नहीं आ रही, क्योंकि ਉਹਦੀ ਜਿਹੜੀ शब्द आवाज़ है ਉਹਦੇ मन तक नहीं पहुँच रही। क्यों नहीं पहुँच रही? क्योंकि ਕੰਨਾਂ ਦੇ ਵਿੱਚ ਕੰਚ ਪਿੰਗਲਾ के पाया है। बड़ी गंदी आत्मा है शैतान, बड़ी गंदी आत्मा। मन तो हुण पता लगा भी मैं ਇਹਦੇ ਕਿੱਦਾਂ ਵਾਸਤੇ ਸੀਗਾ, हले भी नहीं छुटा, बड़े हले भी यतन कर रहे हैं, बड़े यतन कर रहे हैं। क्यों? नौकर ਜਿਹੜੇ नौकर होंगे ना, ਅਸੀਂ नौकर हाँ उन्होंने, तो वो साडा मालिक है। नौकर नहीं कह सकता मालिक नूं भी मैं नहीं आंदा, अज मैं नहीं काम करता, ਹੁਣ ਤਾਂ करना पेगा, चलना पेगा। मालिक ने बुलाया, चलो जी 1:30 वजे ਠਾਕ ले गया। पर वो कहते ਜਿਹੜੇ ਵੇਸ਼ਿਆ ਦੇ ਨਾਲ ਰਹਿੰਦਾ ਉਹਦੇ ਨਾਲ ਇੱਕ ਤਨ ਹੋ ਜਾਂਦਾ, ਜਿਹੜੇ ਪਰਮਾਤਮਾ ਦੇ ਨਾਲ ਰਹਿੰਦਾ ਉਹਦੇ ਨਾਲ ਇੱਕ ਆਤਮਾ ਹੋ ਜਾਂਦਾ, ਦੋ ਨਹੀਂ ਰਹਿੰਦਾ, ਫਿਰ ਇੱਕ ਹੁੰਦਾ। ਪ੍ਰਭੂ ਕਹਿੰਦੇ ਪਹਿਲੇ ਤਾਂ ਤੁਮ ਪਰ ਦਇਆ ਨਹੀਂ ਹੋਈ थी, ਪਹਿਲਾਂ ਜਦੋਂ ਮੈਂ ਸੁਰੇਸ਼ ਸੀਗਾ, ਜਦੋਂ ਮੈਂ ਪੁੱਠੇ ਕੰਮ ਕਰਦਾ ਸੀ, ਉਦੋਂ ਮੇਰੇ ਤੇ ਦਇਆ ਨਹੀਂ ਹੋਈ ਸੀ, ਲੇਕਿਨ ਕਹਿੰਦੇ ਅਬ ਤੁਝ ਪਰ ਦਇਆ ਹੋਈ ਹੈ, ਅਬ ਹੁਣ ਤੇਰੇ ਪਰ ਦਇਆ ਹੋਈ ਹੈ। ਕਹਿੰਦੇ ਇਹ ਤਾਂ ਦਇਆ ਕਰਨ ਵਾਲੇ ਦੀ ਗੱਲ ਹੈ। ਕਹਿੰਦੇ ਮੇਰੀ ਮਰਜ਼ੀ, ਜਿਹਦੇ ਪਰ ਚਾਹਾਂਗਾ ਮੈਂ ਦਇਆ ਕਰਾਂਗਾ, ਮੇਰੀ ਮਰਜ਼ੀ, ਜਿਹਦੇ ਪਰ ਨਹੀਂ ਚਾਹੁੰਦਾ ਨਹੀਂ ਕਰਦਾ। ਕਹਿੰਦੇ ਮੇਰੀ ਮਰਜ਼ੀ ਯਾਰ, ਕਹਿੰਦੇ ਮੇਰੀ ਮਰਜ਼ੀ ਹੈ, ਮੈਂ ਦਇਆ ਕਰਤੀ ਤਾਂ ਕਰਤੀ, ਗੱਲ ਖਤਮ। ਤੇ ਹੁਣ ਜੇ ਦਇਆ ਕਰਤੀ ਆ ਤੇ ਕਿਰਪਾ ਮਿਲ ਗਈ ਤਾਂ ਉਸ ਕਿਰਪਾ ਨੂੰ ਪਕੜਨਾ ਹੈ। ਇਹ ਕਹਿੰਦੇ ਨੇ ਅੰਨੇ ਦੇ ਹੱਥ ਬਟੇਰ ਲੱਗ ਗਈ, ਬਟੇਰ ਨਾ ਜਲਦੀ ਜਲਦੀ ਹੱਥ ਨਹੀਂ ਆਉਂਦੇ, ਤਿੱਤਰ ਬਟੇਰ ਆਉਂਦੇ ਨਹੀਂ ਨਾ ਜਲਦੀ ਹੱਥ, ਤਾਂ ਉਸਦੀ ਤਰ੍ਹਾਂ ਅੰਨੇ ਸੀ ਅਸੀਂ, ਤਾਂ ਆਤਮਿਕ ਅੰਨੇ ਦੇ ਹੱਥ। ਉਹ ਜਿਹੜਾ ਸੰਜਾਖਾ ਹੋਏਗਾ, ਜਿਹੜਾ ਦੇਖ ਰਿਹਾ, ਤਾਂ ਉਹਦੇ ਨਹੀਂ ਹੱਥ ਆਉਂਦੀ, ਤਾਂ ਅੰਨਾ ਕਿੱਥੋਂ ਪਕੜ ਲੂਗਾ? ਤਾਂ ਅੰਨੇ ਦੇ ਹੱਥ ਬਟੇਰ ਆ ਗਏ। ਇਸੇ ਤਰ੍ਹਾਂ ਹੀ ਅਸੀਂ ਤਾਂ ਆਤਮਿਕ ਅੰਨੇ ਸੀ, ਸਾਡੇ ਹੱਥ ਦਾ ਪ੍ਰਭੂ ਯਿਸੂ ਮਸੀਹ ਲੱਗ ਗਏ, ਤਾਂ ਹੁਣ ਪ੍ਰਭੂ ਯਿਸੂ ਮਸੀਹ ਨੂੰ ਪਕੜਨਾ। ਹੁਣ ਤੁਹਾਨੂੰ ਮੈਂ ਦੱਸਦਾ ਮੇਰੀ ਪ੍ਰਾਰਥਨਾ ਕਿੱਦਾਂ ਦੀ ਹੁੰਦੀ ਹੈ। ਮੈਂ ਆਪਣੀ ਪ੍ਰਾਰਥਨਾ ਦਾ ਵਿਸ਼ੇ ਦੱਸਦਾ ਕਿੱਦਾਂ ਦੇ ਹੁੰਦੇ। ਪ੍ਰਭੂ ਜੀ ਮੈਨੂੰ ਅਨੁਗ੍ਰਹਿ ਦਿਓ ਜੀ ਕਿ ਜਿੰਨਾ ਹੋ ਸਕੇ ਮੈਂ ਪ੍ਰਭੂ ਯਿਸੂ ਮਸੀਹ ਦੀਆਂ ਗੱਲਾਂ ਕਰਾਂ, ਵਚਨ ਦੀਆਂ ਗੱਲਾਂ ਕਰਾਂ, ਤਾਂ ਜੋ ਪ੍ਰਭੂ ਯਿਸੂ ਮਸੀਹ ਮੇਰੇ ਨਾਲ ਹੋ ਲਵੇ। ਇਹ ਪ੍ਰਾਰਥਨਾ ਮੇਰੀ। ਪ੍ਰਭੂ ਕਹਿੰਦੇ ਇਹ ਸ਼ੈਤਾਨ ਵਚਨ 'ਚ ਲਿਖਿਆ, ਕਹਿੰਦੇ ਇਹ ਉਪਵਾਸ ਵਰਤ और प्रार्थना तो बगैर नहीं जाता शैतान। कितों? वर्त और वचन, दो चीज़ा, उपवास और प्रार्थना, उपवास और प्रार्थना तो बगैर ये जाता नहीं हैगा। किद्दां तुहानूं पूरी गल समझाना, समझ नहीं आनी। चेले आए, कोई ना बंदा दुष्ट आत्मा कढाने लई लेके आया, प्रभु है नहीं सी, प्रभु यीशु मसीह चेलियां कोल ले आए दुष्ट आत्मा कढाने लई। चेले नूं कहंदे भी इस तरह कहते भी मेरे बच्चे नूं ना मिर्गी दे दौरे पैंदे आ, ते ਇਹ ਕਦੇ ਪਾਣੀਆਂ 'ਚ ਗਿਰ ਜਾਂਦੇ ਆ, ਗਿਰ ਜਾਂਦਾ, ਕਦੇ ਅੱਗ 'ਚ ਗਿਰ ਜਾਂਦਾ, ਮਿਰਗੀ ਦੇ ਦੌਰੇ ਪੈਂਦੇ ਆ, ਤੇ ਤੁਸੀਂ ਇਹਨੂੰ ਠੀਕ ਕਰੋ ਜੀ। ਤੇ ਉਹਨਾਂ ਨੇ ਚੇਲਿਆਂ ਨੇ ਪ੍ਰਾਰਥਨਾ ਕੀਤੀ ਤੇ ਉਹ ਦੁਸ਼ਟ ਆਤਮਾ ਨਿਕਲੀ ਨਹੀਂ। ਉਸ ਤੋਂ ਬਾਅਦ ਕੁਦਰਤੀ ਪ੍ਰਭੂ ਆ ਗਏ ਤੇ ਪ੍ਰਭੂ ਨੇ ਪ੍ਰਾਰਥਨਾ ਕੀਤੀ ਤੇ ਦੁਸ਼ਟ ਆਤਮਾ ਹੋ ਗਈ। ਠੀਕ ਹੈ ਜੀ। ਉਸ ਤੋਂ ਬਾਅਦ ਚੇਲੇ ਪ੍ਰਭੂ ਕੋਲ ਆਏ, ਕਹਿੰਦੇ ਪ੍ਰਭੂ, ਕਹਿੰਦੇ ਜਿਹੜਾ ਕੰਮ ਤੂੰ ਕੀਤਾ ਉਹ ਕੰਮ ਅਸੀਂ ਕਿਉਂ ਨਹੀਂ ਕਰ ਪਾਏ? प्रभु कहते ये ऐसी हटीली जाती है, कहते प्रार्थना और उपवास तो बगैर नहीं जाती। ठीक है।
लेकिन हुण आपां ने तो सुन लिया कि उपवास प्रार्थना तो यह हटीली जाती है कि दुष्ट आत्मा, लेकिन परमात्मा का विषय किते होर सीगा गल करन दा। गल की हो रही है, परमात्मा ने एक इंसान नूं अपने स्वरूप दे विच बनाया सीगा, आदम नूं, है ना। स्वरूप किने खराब किया? शैतान ने। तो इंसान दा आपदा स्वरूप खराब है, तो इंसान नूं कहा गया आपदे लई कि तू प्रार्थना और उपवास कर, ਜਿਹੜੇ अंदर ਜਿਹੜੀ तेरे अंदर बुरी आदत है उन्हां लई कल्ली कल्ली आदत पहले अपना एनालिसिस कर भी तेरे अंदर किहड़ी किहड़ी आदत है। ये शैतान है, तेरे अंदर शैतान है, इनू कढ। मैनू गुस्सा बहुत जल्दी आता है, मेरे अंदर हैगी यह कमी है, मैं उहदे लई की करदा? उपवास प्रार्थना करदा। की है कि वो आत्मा मेरे अंदर जोर मारदी है। ये थोड़ा ना भी मैं इत्थे बह के धर्मी बन गया तो मैं तुहानूं समझाना तो मैं तो सिद्ध होया पिया तां तुहानूं समझाना, ऐसा कुछ नहीं हैगा। लेकिन मैं कोशिश कर रहा कि मैं अपने अंदर तो एक चीज़, प्रभु ने की किया, तेनों अंश करके बदलांगा। ये तो नहीं भी एकदम बदल लाँगा भी लै तेनों घोलता पानी घोलता पी ला तो बदल गया, नहीं, अंश करके बदलन दे की है, जोर मारना पेगा। यूहन्ना बपतिस्मा देने वाले समय तो स्वर्ग के राज से जोर मारा जाता है, लेकिन जो जोरावर है उन्होंने छीन लेने, जोर मारना पेगा शैतान पर। अपने आप को ऐसा शून्य बना लो, यानी कि जीरो बनाना है, जीरो। प्रभु कहते जेड़ा सोचे ना भी थोड़ी बड़ी तारीफ कर रहा, थोड़ी तारीफ कर रहा, फिर तुसी गलत हो रहोगे। अगर थोड़ी लोग थोड़ी बुराई कर रहे हैं फिर तुसी राइट हो। हुण आपां सोचते हैं हर बंदा अज दे टाइम की भालदा? तारीफ। प्रभु कहते जे थोनू कहते जे मतलब कि थोनू देख के लोग थोड़ी मतलब कि थोड़े कम्मां दे द्वारा थोड़ी तारीफ करते हैं, तो संसारिक लोग भी संसार की तारीफ करते हैं, तो थोड़े च किहड़ी अनोखी गल है? फिर तो तुसीं संसार वर्गे बन गए ना, क्योंकि संसार की भी तारीफ होंदी है, थोड़ी भी तारीफ होंदी है कि। लेकिन परमात्मा कहते तुसीं तो उन्हां विचों संसार चों निकलो, मैंने तो तुहानूं संसार चों ले लिता है, अड्ड कर लिता। लेकिन जे तुसीं संसार दे हुंदे तो संसार उन्हां नूं प्यार करदा। जदों मैंने संसार तो तुहानूं अड्ड कर लिया, फिर तुहानूं संसार प्यार नहीं करेगा, फिर तुहानूं संसार थोड़े तो नफरत करेगा। कहते क्यों करेगा? क्योंकि संसार ने मेरे नाल भी नफरत की। वो कहते मैं यही तो चाहना कि तू जीरो बने, शून्य। जदों तू जीरो बनेगा उदों ही हीरो बनेगा। कहते दुनिया की निगाह च मनुख तो बाहरी रूप देखता, पहले दस्सिया ना बच्चन च, मनुख बाहरी रूप देखता, लेकिन मैं यहोवा मन नूं जांचदा। तू मैनूं जीरो चाहिए। जो जीरो बनेगा तद हीरो बनेगा। हीरो किहदा बनना? परमात्मा का। ठीक है जी। सो जय मसीह दी सारिआं नूं।